जथेदार साढ़े सत्कारयोग जथेदार ज्ञानी निर्मल सिंह जी सचखंड वासी कई दिनों तो गुरु महाराज जी के अकाल पुरख के हुक्म विच पंज भूत शरीर ते आ गए ने। उन्हां दे निमित्त आत्मक शांति लई साढ़े सत्कारयोग जथेदार संत चातर सिंह जी वल्लों समूह परिवार समूह संगतां वल्लों कई दिनों तो पाठ प्रारंभ हुए सहज हाजरियां भर रहे हैं, क्योंकि फकीरों के बख्शीशे तख्त प्राचीन उदासीन डेरा गुरुद्वारा साहिब गुफासर धन धन संत बाबा पूरन दास जी महाराज बाबा बीरमदास जी श्री मान 111 संत महाराज संत बाबा बलवंत सिंह जी महाराज जगत गुरु ब्रह्म ज्ञानी तत्ववेते महापुरख उन्होंने स्थान तो जथा पहुँचा। मैं 10 मिनट गुरमुख प्यारे आए ने बमाल तो उन्होंने दिना टाइम चो टाइम 10 मिनट लाने ने। कोई एक दो धारणा पढ़ो, होर कुछ बोलने की गुंजाइश नहीं जी। इस करके आओ बाबा जी हाजरी दो 10 मिनट देख के, उस तो बाद साडा अपना हजूरी जथा। गुरमुख जन्म सवार दर गए चलिया दर गए चलिया। गुरमुख जन्म सवार दर गए चलिया दर गए चलिया। गुरमुख जन्म सवार दर गए चलिया दर गए चलिया। गुरमुख जन्म सवार दर गए चलिया दर गए चलिया। गुरमुख जन्म सवार दर गए चलिया। सच्ची दर गए जाए सच्चा पीड़ मल्लिया। गुरमुख लाह ले गए मन मुख चले। मूल गवाए जियो जन्म मरण दूहू मैं नाही। जन पर उपकारी आए जी दान दे भगति लायन हर स्यों लैन मिलाए।
नाम रहियो साधु रहियो, रहियो गुरु गोबिंद। कहो नानक एह जगत में किन जपियो गुरमंत। नाम रहूगा रहणगे साधु, आउंदी जांदी रहू दुनिया। रहूगा रहणगे साधु, आउंदी जांदी रहू दुनिया। नाम रहूगा रहणगे साधु, नाम रहूगा रहणगे साधु। नाम साधु, नाम रहूगा रहणगे। आउंदी जांदी जी रहू दुनिया। 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 नाम रहूगा रहणगे साधु। नाम रहूगा रहणगे साधु जी। नाम रहूगा रहणगे। तो आओ संगत जी इन्नियां क हाजरियां प्रवान करने बड़े ही सत्कारयोग संत बाबा मनप्रीत सिंह जी अलीपुर खालसा वाले, जिन्हां दा बहुत वड्डा उपराला गा, बहुत वड्डी सेवा गी। 10वीं अस्थान ते होके आ हुण महापुरुषां दे अस्थान ते मीरी पीरी अनाथ आश्रम चल रहा, जिस दे विच महापुरुष जिहदा कोई भी सहारा नहीं उहदा सहारा बन रहे हैं। बड़े ही वड्डे भाग ने
ਸੋ ਆਓ ਸੰਗਤ ਜੀ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਕਰੀਏ। ਮਹਾਂਪੁਰਸ਼ਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुरु जी की साजी और निवाजी हुई गुरु प्यारी गुरु सवारी गुरु खालसा साध संगत जी, ਆਪਾਂ ਸਾਰੇ ਇਸ ਗੱਲ ਤੋਂ ਜਾਣਦੇ ਹਾਂ ਜੋ ਕਿ ਸਤਿਗੁਰੂ ਜੀ ਦੇ ਬਚਨ ਹਨ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਦੁਨੀਆ ਮੁਸਾਫਰ ਮੇਲਾ ਏ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ। ਅੱਜ ਸਾਡੇ ਸਾਰਿਆਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਜੋ ਸਦਾ ਲਈ ਦੁਨੀਆ ਤੋਂ ਚਲੇ ਗਏ ਆ। ਜਾਣਾ ਸਾਰਿਆਂ ਨੇ, ਕਿਸੇ ਨੇ ਨਹੀਂ ਰਹਿਣਾ। ਸੋ ਅੱਜ ਬੜਾ ਵੱਡਾ ਦੁੱਖ ਦਾ ਸਮਾਂ, ਦੁਖਾਂਤ ਦੀ ਘੜੀ ਆ। ਸੰਗਤ ਜੀ, ਦੁੱਖ ਇਹ ਗੱਲ ਦਾ ਨਹੀਂ ਹੋਇਆ ਕਰਦਾ ਕਿ ਕੋਈ ਚੜ੍ਹਾਈ ਕਰ ਗਿਆ, ਕਿਉਂਕਿ ਜਾਣਾ ਸਾਰਿਆਂ ਨੇ, ਅਟੱਲ ਸੱਚਾਈ ਹੈ। ਮੌਤ ਸਾਰਿਆਂ 'ਤੇ ਆਉਣੀ। ਦੁੱਖ ਇਹ ਗੱਲ ਦਾ ਹੁੰਦਾ ਹੈ ਕਿਉਂਕਿ ਜਿੰਨਾ ਸਨੇਹ ਆ, ਜਿੰਨਾ ਪ੍ਰੇਮ ਆ, ਜਦੋਂ ਪਿਆਰ ਵਾਲੇ ਜਾਂਦੇ ਆ ਨਾ, ਫਿਰ ਉਹਨਾਂ ਦੇ ਜਾਣ ਦਾ ਦੁੱਖ ਹੋਇਆ ਕਰਦਾ। ਜਾਣਾ ਸਾਰਿਆਂ ਨੇ, ਕਿਸੇ ਨੇ ਰਹਿਣਾ ਨਹੀਂ ਆ। ਬੜੇ ਪਿਆਰ ਵਾਲੇ ਸੀ, ਆਪਾਂ ਸਾਰੇ ਜਾਣਦੇ ਹਾਂ। ਮਹਾਂਪੁਰਖਾਂ ਦੀ ਸੰਗਤ, ਉਹ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿਉੜਾ ਸਾਹਿਬ ਵਾਲੇ, ਵੱਡੀਆਂ ਕਮਾਈਆਂ ਜਿਨ੍ਹਾਂ ਦੀਆਂ, ਜੰਗਮ ਤੀਰਥ ਸਾਧੂ। ਤੇ ਸੰਗਤ ਜੀ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸੱਚ ਬਚਨ ਪਾਤਸ਼ਾਹ ਜੀ ਦੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ, ਹੋਏ ਪੇ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਪਾਰਸ ਔਰ ਸੰਤ ਮੈਂ ਬੜੋ ਅੰਤਰੋ ਜਾਨ, ਉਹ ਲੋਇਓ ਕੰਚਨ ਕਰੇ ਉਹ ਕਰ ਲੈ ਆਪ ਸਮਾਨ। ਬੜਾ ਪਿਆਰਾ ਸੁਭਾਅ, ਬੜੇ ਚੰਗੇ ਸੁਭਾਅ ਦੇ ਮਾਲਕ ਸੀ ਬਾਬਾ ਨਿਰਮਲ ਸਿੰਘ ਜੀ। ਤੇ ਅੱਜ ਤਾਈਓ ਕਿਸੇ ਨੇ ਕਿਹਾ ਨਾ, ਹਜ ਕਰਕੇ ਨੇਕ ਕਮਾਈਆਂ, ਰੂਹਾਂ ਸੱਚਖੰਡ ਚੱਲੀਆਂ। 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 ਹਾਂਜੀ, ਕਰਕੇ ਨੇਕ ਕਮਾਈਆਂ, ਰੂਹਾਂ ਸੱਚਖੰਡ ਚੱਲੀਆਂ। 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 ਕਰਕੇ ਨੇਕ ਕਮਾਈਆਂ, ਕਰਕੇ ਨੇਕ ਕਮਾਈਆਂ। 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 ਕਰਕੇ ਨੇਕ ਕਮਾਈਆਂ, ਕਰਕੇ ਨੇਕ ਹਾਂਜੀ, ਕਰਕੇ ਨੇਕ ਕਮਾਈਆਂ, ਰੂਹਾਂ ਸੱਚਖੰਡ ਚੱਲੀਆਂ।
करके नेक कमाइयां रूहां सचखंड चलियां। 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 सचखंड ਨੂੰ ਜਾ ਰਹੇ ਆ ਕਮਾਈ ਕਰਨ ਵਾਲੇ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਬਚਨ ਮੰਨਿਆ। ਆਓ ਮੈਂ ਸਮਾਪਤੀ ਕਰਾਂ ਸੰਗਤ ਜੀ। ਕਹਿੰਦੇ ਭਾਵੇਂ ਕੁਝ ਵੀ ਚੰਗਾ ਨਾ ਕੀਤਾ ਹੋਵੇ, ਜਿਨੇ ਮਹਾਂਪੁਰਖਾਂ ਦੀ ਪੂਰਨ ਮਹਾਤਮਾ ਦੀ ਸੰਗਤ ਕਰ ਲਈ ਉਹ ਕਦੇ ਨਰਕਾਂ ਨੂੰ ਨਹੀਂ ਜਾਂਦਾ। ਗੱਜ ਕੇ ਆਖੋ ਸਤਨਾਮ ਜੀ ਵਾਹਿਗੁਰੂ। ਮਹਾਂਪੁਰਖ ਬਚਾ ਲੈਂਦੇ ਆ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ। ਸਾਧੂ ਬਚਾ ਲੈਂਦੇ ਆ ਜੀ, ਮਹਾਂਪੁਰਖ ਬਚਾਉਂਦੇ ਆ। ਆਓ ਸਾਧੂਆਂ ਦੀ ਸੰਗਤ ਕਰੀਏ, ਮਹਾਂਪੁਰਖਾਂ ਦੀ ਸੰਗਤ ਜਦਾਂ ਬਾਬਾ ਨਿਰਮਲ ਸਿੰਘ ਜੀ ਨੇ ਕੀਤੀ, ਅੱਜ ਜੀਵਨ ਸਫਲ ਕਰਕੇ ਗਏ ਆ। ਇਹ ਪੰਕਤੀਆਂ ਢੁਕਦੀਆਂ ਉਹਨਾਂ ਤੇ ਗੁਰਮੁਖ ਜਨਮ ਸਵਾਰ। ਦਰਗਾਹ ਚਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਿਲਿਆ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨੇ ਆਪ ਸਾਰੇ ਦੁੱਖ ਦੇ ਸਮੇਂ ਸ਼ਰੀਕ ਹੋਣ ਲਈ ਪਹੁੰਚੇ ਹੋ। ਧੰਨਵਾਦ ਬਾਬਾ ਚੱਦਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਰ ਵੀ ਜਿੰਨੀਆਂ ਸੰਗਤਾਂ ਮਹਾਂਪੁਰਖਾਂ ਦਾ ਜਥਾ ਰੋੜੇਵਾਲ ਸਾਹਿਬ ਦੀ ਧਰਤੀ ਤੋਂ ਜਿੱਥੋਂ ਜਿੱਥੋਂ ਪਿਆਰ ਵਾਲੇ ਤੁਸੀਂ ਆਏ ਹੋ, ਸਾਰਿਆਂ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕਰੋੜਾਂ ਵਾਰੀ ਧੰਨਵਾਦ। ਇਹੋ ਹੀ ਬੇਨਤੀ ਆ, ਦਾਤਾ ਜੀ ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਕਿਰਪਾ ਕਰਿਓ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਪਤਾ ਨਹੀਂ ਜ਼ਿੰਦਗੀ ਦਾ ਸੰਗਤ ਜੀ ਕਦੋਂ ਇਹ ਜ਼ਿੰਦਗੀ ਨੇ ਮੁੱਕ ਜਾਣਾ। ਕਿਸੇ ਨੇ ਲਿਖਿਆ ਉਹ ਮਨਾ ਛੱਡ ਦੇ ਗਰਭ ਗਰੂਰੀਆਂ ਨੂੰ, ਕਈ ਆਪਣੀ ਛੱਡ ਜਗੀਰ ਤੁਰ ਗਏ। ਕਈ ਕਰਕੇ ਹੁਕਮ ਅਦਾਲਤਾਂ ਨੂੰ ਵੱਡੇ ਹੋ ਕੇ ਨਿਰਪ ਵਜ਼ੀਰ ਤੁਰ ਗਏ। ਜਿਨ੍ਹਾਂ ਨੂੰ ਯਾਦ ਕਰਕੇ ਅੱਜ ਰੋਣ ਲੋਕੀ ਛੱਡ ਮਹਿਫਲਾਂ ਪੀਰ ਫਕੀਰ ਤੁਰ ਗਏ। ਮਨਾ ਮੇਰਿਆ ਬਿਸਤਰਾ ਗੋਲ ਕਰ ਲੈ ਤੇਰੇ ਨਾਲ ਦੇ ਬੜੇ ਸਰੀਰ ਤੁਰ ਗਏ। ਜਦੋਂ ਆ ਗਿਆ ਵਕਤ ਦਰਬਾਰ ਸਿੰਘਾ ਬ੍ਰਹਮ ਵਕਤੇ ਛੋੜ ਤਕਰੀਰ ਤੁਰ ਗਏ। ਇੱਕ ਦਿਨ ਚਲੇ ਜਾਣਾ। ਆਓ ਜੁੜੀਏ ਮਹਾਰਾਜ ਦੇ ਚਰਨਾਂ ਨਾਲ, ਬਾਣੀ ਬਾਣੇ ਵਿੱਚ ਪਰਪੱਕ ਹੋਈਏ, ਨਿਤਨੇਮੀ ਬਣੀਏ, ਅਭਿਆਸੀ ਬਣੀਏ, ਸਿਮਰਨ ਕਰਨ ਵਾਲੇ ਬਣੀਏ, ਜੁੜੀਏ ਮਹਾਰਾਜ ਦੇ ਨਾਲ। ਹੋਈਆਂ ਭੁੱਲਾਂ ਦੀ ਖਿਮਾ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੀਓ। ਇਤਨੀ ਕੋ ਹਾਜ਼ਰੀ ਪ੍ਰਵਾਨ ਕਰਿਓ ਜੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਬਾਬਾ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ, ਦਰ ਗਏ ਚੱਲਿਆ। ਬਾਵਾ ਦਰ ਗਏ ਚੱਲਿਆ, ਦਰ ਗਏ ਚੱਲਿਆ, ਦਰ ਗਏ ਚੱਲਿਆ, ਦਰ ਗਏ ਚੱਲਿਆ। ਦਰ ਗਏ ਚੱਲਿਆ, ਦਰ ਗਏ ਚੱਲਿਆ, ਦਰ ਗਏ ਚੱਲਿਆ, ਦਰ ਗਏ ਚੱਲਿਆ। ਦਰ ਗਏ ਚੱਲਿਆ, ਦਰ ਗਏ ਚੱਲਿਆ, ਦਰ ਗਏ ਚੱਲਿਆ, ਦਰ ਗਏ ਚੱਲਿਆ। ਦਰ
ਦਰਗਹਿ ਚੱਲਿਆ ਦਰਗਹਿ ਦਰਗਹਿ ਚੱਲਿਆ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦਰਗਹਿ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਾਡੇ ਸਤਿਕਾਰਯੋਗ ਸੰਤ ਖਾਲਸਾ ਦਲ ਦੇ ਹਜ਼ੂਰੀ ਰਾਗੀ ਜਥੇ ਦੇ ਜਥੇਦਾਰ ਭਾਈ ਨਿਰਮਲ ਸਿੰਘ ਜੀ, ਕਿਉਂਕਿ ਇਹ ਭਾਈ ਨਿਰਮਲ ਸਿੰਘ ਜੀ ਗਿਆਨੀ ਜੀ ਸਾਡੇ ਜਥੇਦਾਰ ਭਾਈ ਚਾਤਰ ਸਿੰਘ ਜੀ ਦੇ ਵੱਡੇ ਭਰਾਤਾ ਸਨ, ਜੋ ਬਾਬਾ ਜੀ ਇਸ ਸਥਾਨ ਦੀ ਸੇਵਾ ਕਰਵਾ ਰਹੇ ਭਰਾ ਬਣੇ। ਭਾਈ ਨਿਰਮਲ ਸਿੰਘ ਜੀ ਨੇ ਸੰਤ ਮਹਾਰਾਜ ਬ੍ਰਹਮ ਗਿਆਨੀ ਤਤਵੇਤੇ ਬ੍ਰਹਮਨਿਸ਼ਟੀ ਬ੍ਰਹਮ ਸਰੋਤਰੀ ਬ੍ਰਹਮ ਗਿਆਨੀ ਕੀਰਤਨ ਦੇ ਧਨੀ ਰਾਜੇ ਜੋਗੀ ਧੰਨ ਧੰਨ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਗਤ ਗੁਰੂ ਮਹਾਪੁਰਖ ਸਾਡੇ ਗੁਰੂਦੇਵ ਜੀ, ਜੋ ਕਿ ਫਕੀਰੋਂ ਕੇ ਬਖਸ਼ੀਸੇ ਤਾਕਤ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਸਾਹਿਬ ਗੁਫਾਸਰ ਸਾਹਿਬ ਸ੍ਰੀ ਮਹੰਤ ਮਹਾਰਾਜ ਜੀ ਸੰਤ ਮਹਾਰਾਜ ਜੀ ਸਿੱਧਸਰ ਚੌੜਾ ਸਾਹਿਬ ਮਹਾਰਾਜ ਜੀ ਸੱਚਖੰਡ ਵਾਸੀ, ਜੋ ਦੁਨੀਆ ਨੂੰ ਤਾਰਦੇ ਹੋਏ ਸੱਚਖੰਡ ਚਲੇ ਗਏ ਮਹਾਰਾਜ 2014 ਵਿੱਚ, ਜਿਨ੍ਹਾਂ ਦੇ ਦਰਸ਼ਨ ਕਰਕੇ ਭੁੱਖਾਂ ਲੈ ਜਾਂਦੀਆਂ ਸੀ, ਦੁੱਖ ਦੂਰ ਹੋ ਜਾਂਦੇ ਸੀ, ਰੱਬੀ ਜੋਤਾਂ ਸੀ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਨੇ ਸੰਤ ਮਹਾਰਾਜ ਦੇ ਚਰਨਾਂ ਵਿੱਚ ਸਾਡੇ ਨਾਲ ਜਥੇ ਦੇ ਵਿੱਚ ਬਹੁਤ ਸੇਵਾ ਨਿਭਾਈ ਹੈ। ਸੰਤ ਖਾਲਸਾ ਦਲ ਦੇ ਬਾਨੀ ਸੰਤ ਮਹਾਰਾਜ ਜੀ ਸਿੱਧਸਰ ਸਾਹਿਬ, ਹੁਣ ਫਕੀਰੋਂ ਕੇ ਬਖਸ਼ੀਸੇ ਤਾਕਤ ਤਰੋੜੇਵਾਲ ਸਾਹਿਬ ਮਹਾਂਪੁਰਖਾਂ ਦੇ ਗੱਦੀ ਨਸ਼ੀਨ ਸ੍ਰੀ ਮਹੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਉਸੇ ਤਰ੍ਹਾਂ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਰਹੇ ਨੇ। ਸੇਵਾ ਸਿਮਰਨ ਦੇ ਵਿੱਚ ਮਹਾਂਪੁਰਖ ਉਸੇ ਤਰ੍ਹਾਂ ਹੀ ਉਸੇ ਪਰੰਪਰਾ ਨੂੰ ਚਲਾ ਰਹੇ ਨੇ। ਭਾਈ ਨਿਰਮਲ ਸਿੰਘ ਜੀ ਨੇ, ਕਿਉਂਕਿ ਉੱਥੋਂ ਇਹ ਜਥਾ ਆਇਆ, ਹਜ਼ੂਰੀ ਜਥਾ ਮਹਾਂਪੁਰਖਾਂ ਦਾ, ਸਾਡੇ ਸਤਿਕਾਰਯੋਗ ਸੰਤ ਬਾਬਾ ਈਸਰ ਸਿੰਘ ਜੀ ਵੀ ਬੈਠੇ ਨੇ ਧੂਰੀ, ਇਹਨਾਂ ਕੋਲੋਂ ਵੀ ਆਪਾਂ ਕੀਰਤਨ ਸ਼ਰਵਣ ਕਰਨਾ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਨੇ ਜਿਹੜੇ ਉਹ ਆਪਣੇ ਜਨਮ ਨੂੰ ਸਵਾਰ ਕੇ ਪਰਮਾਤਮਾ ਦੀ ਦਰਗਾਹ ਵਿੱਚ ਲੰਮੀਆਂ ਬਾਹਾਂ ਕਰਕੇ ਜਾਂਦੇ ਨੇ। ਜਿਹੜੇ ਮਨਮੁਖ ਨੇ ਉਹ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਨੇ, ਜਨਮ ਨੂੰ ਬਿਰਥਾ ਲੰਘਾ ਕੇ ਚਲੇ ਜਾਂਦੇ ਹਨ। ਸੰਤ ਨਿਰਮਲ ਸਿੰਘ ਜੀ ਜਥੇਦਾਰ ਜੀ ਨੇ ਮਹਾਂਪੁਰਖਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ, ਆਨੰਦ ਮਾਣਿਆ ਕੀਰਤਨ ਦਾ। ਕੀਰਤਨ ਬੜਾ ਆਨੰਦਮਈ ਕਰਿਆ ਕਰਦੇ ਸੀ। ਸਾਰੀ ਸੰਗਤ ਬੋਲਿਆ ਕਰੋ ਭਾਈ। ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਸਾਧੂਆਂ ਦੇ ਲੜ ਲੱਗ ਜੇ। ਸਾਧੂਆਂ ਦੇ ਲੜ ਜਿਹਦੇ ਹੋਵੇ ਨਾ, ਸਾਧੂਆਂ ਦੇ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ, ਜਗਤ ਵਿੱਚ ਕੋਈ,
ਸਾਧੂਆਂ ਦੇ ਲੜ ਲੱਗ ਜੇ, ਜਿਹਦਾ ਹੋਵੇ ਨਾ ਜਾਗਤ ਵਿੱਚ ਕੋਈ। ਸਾਧੂਆਂ ਦੇ ਲੜ ਲੱਗ ਜੇ, ਹਾਂ ਬਈ ਸਾਧੂਆਂ ਦੇ ਸਾਧੂਆਂ ਦੇ ਮੇਰੇ ਪਿਆਰੇ ਸਾਧੂਆਂ ਦੇ ਲੜ ਲੱਗ ਜੇ। ਬਾਬਾ ਬਾਬਾ ਸਾਧੂਆਂ ਦੇ ਲੜ ਲੱਗ ਜੇ। ਬਾਬਾ ਬਾਬਾ ਬਈ ਮੇਰੇ ਪਿਆਰੇ ਸਾਧੂਆਂ ਦੇ ਲੜ ਲੱਗ ਜੇ। ਮੇਰੇ ਪਿਆਰੇ ਸਾਧੂਆਂ ਦੇ ਲੜ ਲੱਗ ਜੇ। ਮੇਰੇ ਪਿਆਰੇ ਜਿਹਦਾ ਹੋਵੇ ਨਾ ਜਾਗਤ ਵਿੱਚ ਕੋਈ, ਜਾਗਤ ਵਿੱਚ ਕੋਈ। ਸਾਧੂਆਂ ਦੇ ਲੜ ਲੱਗ ਜੇ, ਜਿਹਦਾ ਹੋਵੇ ਨਾ ਜਾਗਤ ਵਿੱਚ ਕੋਈ। ਸਾਧੂਆਂ ਦੇ ਲੜ ਲੱਗ ਜੇ। ਆ ਬਈ ਸਾਧੂਆਂ ਦੇ ਕਿਸ ਹੀ ਕੋਈ ਕੋਈ ਮੰਜਨ ਮਾਣੀ ਇੱਕ ਤੂੰ, ਕੋਈ ਨਾ ਮਰੀਜਾ ਰੋਏ, ਜਾ ਲਗ ਚਿਤ ਨਾ ਆਵਸ਼ੀ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਆਨੰਦ ਸਿੱਖ ਹੋਏ ਨੇ ਕਰਨੀ ਤੇ ਕਥਨੀ ਦੇ ਪੂਰੇ ਸੰਤ ਮਾਧੋ ਦਾਸ ਜੀ। ਇਹ ਸੋਢੀ ਖਾਨਦਾਨ ਦੇ ਵਿੱਚੋਂ ਹੀ ਹੋਏ ਨੇ। ਜਿਹੜੇ ਸੰਤ ਮਾਧੋ ਦਾਸ ਜੀ ਕਰਨੀ ਤੇ ਕਥਨੀ ਦੇ ਪੂਰੇ ਮਹਾਂਪੁਰਖ, ਇਹਨਾਂ ਦੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹਜ਼ੂਰ ਨੇ ਕਸ਼ਮੀਰ ਦੇ ਵਿੱਚ ਡਿਊਟੀ ਲਾਈ ਸੀ ਪ੍ਰਚਾਰ ਕਰਨ ਦੇ ਵਾਸਤੇ। ਸੰਤ ਮਾਧੋ ਦਾਸ ਜੀ ਉੱਥੇ ਪ੍ਰਚਾਰ ਕਰੋ। ਸਤਿਵਚਨ ਮਹਾਰਾਜ ਸੰਤ ਮਾਧੋ ਦਾਸ ਜੀ ਕਸ਼ਮੀਰ ਚਲੇ ਗਏ। ਸੰਤ ਮਾਧੋ ਦਾਸ ਜੀ ਕਰਨੀ ਤੇ ਕਥਨੀ ਦੇ ਪੂਰਨ ਮਹਾਂਪੁਰਖ ਹੋਣ ਕਰਕੇ ਉਸ ਇਲਾਕੇ ਦੀਆਂ, ਉਸ ਰਾਜੇ ਅਤੇ ਇਲਾਕੇ ਦੀਆਂ ਸੰਗਤਾਂ 'ਤੇ ਬਹੁਤ ਪ੍ਰਭਾਵ ਪਿਆ। ਕਿਉਂਕਿ ਕਰਨੀ ਤੇ ਕਥਨੀ ਦਾ ਮਹਾਂਪੁਰਖ ਪੂਰਾ ਹੋਵੇ, ਪਖੰਡੀ ਨਾ ਹੋਵੇ। ਪਖੰਡੀ ਨਾ ਹੋਵੇ। ਅੱਜ ਦੇ ਸਮੇਂ ਵਿੱਚ ਬਹੁਤ ਮਿਲਦੇ ਨੇ, ਰਹੋ ਵਿਚਾਰ ਮੈਂ ਇੱਧਰ ਨਹੀਂ ਜਾਂਦਾ। ਮਹਾਰਾਜ ਨੇ ਉਹਨਾਂ ਦੇ ਨਾਲ ਸਾਨੂੰ ਨਾਤਾ ਤੋੜਨ ਵਾਸਤੇ ਕਿਹਾ, ਪਖੰਡੀਆਂ ਦੇ ਨਾਲ ਜੁੜਨ ਵਾਸਤੇ ਨਹੀਂ। ਨਾਨਕ ਕੱਚੜਿਆਂ ਸੋ ਤੋੜ। ਗੁਰੂ ਮਹਾਰਾਜ ਜੀ ਨੇ ਡਿਊਟੀ ਲਾ ਦਿੱਤੀ ਕਸ਼ਮੀਰ ਵਿੱਚ ਪ੍ਰਚਾਰ ਕੋ। ਸਤਿਵਚਨ ਜੀ ਸੁਬਾਹ ਸ਼ਾਮ ਮਹਾਂਪੁਰਖ ਕਥਾ ਕਰਦੇ ਨੇ। ਸੰਗਤ ਕਥਾ ਸੁਣਨ ਆਉਂਦੀ ਹੈ। ਇੱਕ ਸਾਹੂਕਾਰ ਜਿਹਦੇ 4 ਪੁੱਤਰ ਸੀ, ਉਹਦਾ ਜਿਹੜਾ 4 ਚੋਂ ਛੋਟਾ ਸੀ, ਉਸਦਾ ਪੁੱਤਰ ਉਹ ਸੰਤਾਂ ਦਾ ਸੰਗੀ ਹੋ ਗਿਆ। ਸੰਤ ਮਾਧੋ ਦਾਸ ਜੀ ਦਾ ਸੰਗੀ ਹੋ ਗਿਆ। ਉਹਨਾਂ ਦੀ ਸੰਗਤ ਕਰਨ ਲੱਗ ਗਿਆ, ਉਹਨਾਂ ਦੀ ਸੇਵਾ ਕਰਿਆ ਕਰੇ, ਮਹਾਂਪੁਰਖਾਂ ਦੀ ਗੁਰੂ ਦੀ ਸੰਗਤ ਕਰਿਆ ਕਰੇ। ਘਰ ਦਾ ਕੰਮ ਕਰਨਾ ਘੱਟ ਕਰ ਦਿੱਤਾ। ਕਿਉਂ ਜਿਹੜੀ ਸਾਧ ਸੰਗਤ ਹੈ, ਗੁਰੂ ਦੀ ਸੰਗਤ ਹੈ, ਇਸ ਸੰਗਤ ਦੇ ਵਿੱਚ ਹੀ ਪਰਮਾਤਮਾ ਵਸਦਾ ਹੈ। ਇਸ ਸੰਗਤ ਦੇ ਵਿੱਚ ਹੀ ਸੰਸਾਰ ਤੋਂ ਤਰਨਾ ਹੁੰਦਾ ਹੈ।
ਜਦੋਂ ਅਸੀਂ ਸੰਗਤ ਕਰਾਂਗੇ ਗੁਰੂ ਦੀ, ਤਾਂ ਗੁਰੂ ਦੀ ਸੰਗਤ ਕਰਨ ਦੇ ਨਾਲ ਅਸੀਂ ਤਰਾਂਗੇ। ਕਰ ਲੈ ਸਾਧ ਸੰਗਤ ਤਰ ਜਾਵੇਗਾ ਮਨਾ, ਕਰ ਲੈ ਸਾਧ ਸੰਗਤ ਤਰ ਜਾਵੇਗਾ ਮਨਾ। ਉਹ ਕਰ ਲੈ ਸਾਧ ਕਰ ਲੈ ਸਾਧ ਸੰਗਤ ਤਰ ਜਾਵੇਗਾ ਮਨਾ, ਕਰ ਲੈ ਸਾਧ ਸੰਗਤ ਤਰ ਜਾਵੇਗਾ ਮਨਾ। ਕਰ ਲੈ ਜਾਵੇਗਾ ਮਨਾ, ਤਰ ਜਾਵੇਗਾ ਮਨਾ, ਜਾਵੇਗਾ ਮਨਾ, ਤਰ ਜਾਵੇਗਾ ਮਨਾ। ਤਰ ਜਾਵੇਗਾ ਮਨਾ, ਤਰ ਜਾਵੇਗਾ ਮਨਾ, ਤਰ ਜਾਵੇਗਾ ਮਨਾ, ਤਰ ਜਾਵੇਗਾ ਮਨਾ। ਕਰ ਲੈ ਸਾਧ ਸੰਗਤ ਤਰ ਜਾਵੇਗਾ ਮਨਾ, ਕਰ ਲੈ ਸਾਧ ਸੰਗਤ ਤਰ ਜਾਵੇਗਾ ਮਨਾ। ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਸੰਤ ਮਾਧੋ ਦਾਸ ਜੀ ਦੀ ਸੰਗਤ ਕਰਨ ਲੱਗ ਗਿਆ ਉਹ ਬੱਚਾ, ਘਰ ਦਾ ਕੰਮ ਨਾ ਮਾਤਰ ਕਰ ਦਿੱਤਾ। ਉਹਦੇ ਮਾਤਾ ਪਿਤਾ ਦੁਖੀ ਹੋ ਗਏ ਤਾਂ ਘਰ ਦਾ ਹੀ ਕੰਮ ਛੱਡ ਦਿੱਤਾ ਇਸ ਨੇ, ਉਹਦੇ ਘਰ ਵਾਲੀ, ਉਹਦੇ ਬੱਚੇ। ਇਹ ਤਾਂ ਬਹੁਤਾ ਸਮਾਂ ਉੱਥੇ ਹੀ ਲੰਘਾਉਣ ਲੱਗ ਗਿਆ ਸੰਤਾਂ ਦੇ ਕੋਲ ਹੀ। ਸਾਧ ਸੰਗਤ ਜੀ, ਇੱਕ ਨੇ ਬਣਾਇਆ ਉਸ ਬੱਚੇ ਨੇ ਕਿ ਜਦੋਂ ਸੰਤ ਕਥਾ ਦੀ ਸਮਾਪਤੀ ਕਰਨਗੇ ਮੈਂ ਉਦੋਂ ਜਾਇਆ ਕਰਨਾ। ਇੱਕ ਉਸ ਸ਼ਹਿਰ ਦੇ ਵਿੱਚ ਚੋਰੀ ਹੋ ਗਈ ਬਹੁਤ ਵੱਡੀ। ਸੰਗਤਾਂ ਨੇ ਬੇਨਤੀ ਕੀਤੀ ਸੰਤ ਮਾਧੋ ਦਾਸ ਜੀ ਨੂੰ, ਮਹਾਂਪੁਰਖੋ 10 ਵਜੇ ਤੋਂ ਪਹਿਲਾਂ, ਕਿਉਂਕਿ ਰਾਜੇ ਦਾ ਹੁਕਮ ਹੋ ਗਿਆ ਸੀ ਕਿ ਜਿਹੜਾ ਅੱਧੀ ਰਾਤ ਤੋਂ ਬਾਅਦ ਫਿਰਦਾ ਫੜਿਆ ਗਿਆ ਸ਼ਹਿਰ ਦੇ ਵਿੱਚ, ਉਹਨੂੰ ਚੋਰ ਸਮਝ ਕੇ ਛੂਲੀ ਤੇ ਟੰਗਿਆ ਜਾਵੇਗਾ, ਕੋਈ ਦਾਦ ਫਰਿਆਦ ਨਹੀਂ ਸੁਣੀ ਜਾਵੇਗੀ। ਸੰਤਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਸੰਗਤਾਂ ਨੇ 10 ਵਜੇ ਤੱਕ ਸਮਾਪਤੀ ਕਰ ਦਿਆ ਕਰੋ, ਰਾਜੇ ਦਾ ਹੁਕਮ ਹੈ। ਸੰਤ ਕੁਝ ਕੁ ਦਿਨ ਤਾਂ ਕਰਦੇ ਰਹੇ 10 ਵਜੇ ਸਮਾਪਤੀ। ਇੱਕ ਦਿਨ ਐਸਾ ਆਇਆ, ਸੰਤ ਮਾਧੋ ਦਾਸ ਜੀ ਨੂੰ ਆਨੰਦ ਆਇਆ ਕਥਾ ਦਾ। ਮਾਸਤੀ ਚੜ੍ਹ ਗਈ ਮਨ ਨੂੰ, ਪਰਮਾਤਮਾ ਦਾ ਜਸ ਕਰਦੇ ਹੋਏ ਅੱਧੀ ਰਾਤ ਤੋਂ ਸਮਾਂ ਟੱਪ ਗਿਆ, ਕਥਾ ਚੱਲੀ ਗਈ। ਮਹਾਂਪੁਰਖ ਨੇਤਰ ਬੰਦ ਕੇ ਕਥਾ ਕਰੀ ਗਏ। ਸਾਰੀ ਸੰਗਤ 10 ਵਜੇ ਤੋਂ ਜਦੋਂ ਸੂਈ ਟੱਪੀ ਉੱਠ ਕੇ ਤੁਰ ਗਈ ਸਾਰੀ ਸੰਗਤ। ਉਹ ਬੱਚਾ ਬੈਠਾ ਰਿਹਾ, ਉਹ ਬੱਚਾ ਬੈਠਾ ਸੁਣੀ ਗਿਆ ਕਥਾ। ਜਦੋਂ ਸੰਤਾਂ ਨੇ ਨੇਤਰ ਖੋਲ੍ਹੇ ਕਿ 12 ਵਜੇ ਤੋਂ ਸੂਈ ਟੱਪ ਗਈ, ਅੱਧੀ ਰਾਤ ਤੋਂ ਸਮਾਂ ਟੱਪ ਗਿਆ, ਉਹ ਇੱਕੋ ਹੀ ਬੱਚਾ ਬੈਠਾ, ਸਾਰੀ ਸੰਗਤ ਉੱਠ ਕੇ ਚਲੀ ਗਈ। ਸੰਤ ਕਹਿੰਦੇ, ਭਾਈ ਹੇ ਪੁੱਤਰ, ਤੈਂ ਵੀ ਉੱਠ ਕੇ ਚਲਿਆ ਜਾਣਾ ਸੀ। ਕਹਿੰਦਾ, ਜੀ ਮੇਰੇ ਸਰੋਤੇਪਣ ਦੇ ਵਿੱਚ ਲਾਜ ਲੱਗ ਜਾਣੀ ਸੀ। ਦੂਜਾ ਮੇਰਾ ਨੇਮ ਸੀ, ਮੈਂ ਕਥਾ ਦੀ ਸਮਾਪਤੀ ਤੋਂ ਬਾਅਦ ਅਰਦਾਸ ਹੋਈ ਤੋਂ ਜਾਂਦਾ ਹਾਂ। ਤੀਜਾ ਮਹਾਰਾਜ ਮਹਾਂਪੁਰਖੋ ਕਥਾ ਦਾ ਨਰਾਦਰ ਹੋਣਾ ਸੀ, ਜੇ ਮੈਂ ਵੀ ਉੱਠ ਕੇ ਚਲਿਆ ਜਾਂਦਾ, ਇੱਕ ਵੀ ਸਰੋਤਾ ਨਾ ਰਹਿੰਦਾ, ਕਥਾ ਦਾ ਨਰਾਦਰ ਹੋ ਜਾਣਾ ਸੀ। ਚੌਥਾ ਨੰਬਰ, ਮਹਾਂਪੁਰਖੋ ਮੈਨੂੰ ਗੁਰੂ ਦੀ ਖੁਸ਼ੀ ਮਿਲ ਗਈ, ਮੈਂ ਗੁਰੂ ਦਾ ਹੁਕਮ ਮੰਨਿਆ,
ਭਾਵੇਂ ਰਾਜੇ ਦੇ ਹੁਕਮ ਦੀ ਉਲੰਘਣਾ ਹੋ ਗਈ, ਮਹਾਂਪੁਰਖ ਕਹਿੰਦੇ ਠੀਕ ਹੈ, ਇਹ ਪੁੱਤਰ ਤੇਰਾ ਪਰਮਾਤਮਾ ਪਰਮੇਸ਼ਰ ਰਾਖਾ ਹੈ, ਗੁਰੂ ਰਾਖੇ ਨੇ। ਉਹ ਬੱਚਾ ਜਦੋਂ ਘਰ ਨੂੰ ਚੱਲਣ ਲੱਗਿਆ, ਤੁਰਨ ਲੱਗਿਆ, ਅੱਧੀ ਰਾਤ ਤੋਂ ਸਮਾਂ ਟੱਪਿਆ। ਜਦੋਂ ਸ਼ਹਿਰ ਦੇ ਦਰਵਾਜ਼ੇ 'ਚ ਵੜਿਆ ਤਾਂ ਫਿਰ ਉਹਨਾਂ ਸਿਪਾਹੀਆਂ ਨੇ, ਰਾਜੇ ਦੇ ਨੌਕਰਾਂ ਚਾਕਰਾਂ ਨੇ ਫੜ ਲਿਆ ਉਸ ਨੂੰ। ਪੁੱਛਿਆ ਕੌਣ ਹੈ ਤੂੰ? ਮੈਂ ਫਲਾਣੇ ਦਾ ਪੁੱਤਰ ਹਾਂ। ਰਾਜੇ ਦੇ ਪੇਸ਼ ਕਰ ਦਿੱਤਾ। ਜੀ ਅੱਧੀ ਰਾਤ ਤੋਂ ਬਾਅਦ ਸ਼ਹਿਰ ਦੇ ਵਿੱਚ ਫਿਰਦਾ ਫੜਿਆ ਗਿਆ। ਰਾਜਾ ਕਹਿੰਦਾ ਤੇਰਾ ਪਿਓ, ਕੀ ਨਾਮ ਹੈ ਤੇਰੇ ਪਿਓ ਦਾ? ਫਲਾਣਾ ਜੀ। ਬੁਲਾਓ ਜੀ, ਇਸ ਦੇ ਪਿਓ ਨੂੰ ਬੁਲਾਓ। ਉਹਦਾ ਪਿਓ ਆਇਆ। ਰਾਜੇ ਨੇ ਕਿਹਾ, ਕਹਿੰਦਾ ਤੇਰਾ ਕੀ ਲੱਗਦਾ ਹੈ? ਉਹਦਾ ਪਿਓ ਕਹਿੰਦਾ ਲੜਕੇ ਦਾ, ਮੁੰਡੇ ਦਾ। ਕਹਿੰਦਾ ਜੀ ਮੇਰਾ ਕੁਛ ਨਹੀਂ ਲੱਗਦਾ, ਇਹ ਮੇਰਾ ਨਹੀਂ ਕੁਛ ਲੱਗਦਾ ਇਹ। ਕਿਉਂ? ਉਹ ਸਾਹੂਕਾਰ ਘਰ ਦੇ ਕੰਮ ਤੋਂ ਦੁਖੀ ਸੀਗੇ, ਘਰ ਦਾ ਕੰਮ ਤਾਂ ਇਹ ਕਰਦੇ ਨਹੀਂ। ਹੁਣ ਇਹ ਫੜਿਆ ਹੋਇਆ ਪੁਲਿਸ ਦਾ, ਮੇਰਾ ਕੀ ਲੱਗਦਾ ਜੀ? ਇਹ ਕੁਛ ਨਹੀਂ ਲੱਗਦਾ ਮੇਰਾ। ਉਹਦੀ ਮਾਂ ਨੂੰ ਪੁੱਛਿਆ ਤੇ ਤੁਹਾਡਾ? ਉਹ ਵੀ ਕਹਿੰਦੀ ਸਾਡਾ ਵੀ ਕੁਛ ਨਹੀਂ ਲੱਗਦਾ। ਘਰ ਵਾਲੀ ਨੂੰ ਉਹ ਵੀ ਜਵਾਬ ਦੇਗੀ, ਧੀਆਂ ਪੁੱਤਰ ਸਾਰੇ ਸਾਥ ਛੱਡ ਗਏ। ਕਿਉਂਕਿ ਇਹਨਾਂ ਦਾ ਪਰਿਵਾਰ ਦਾ ਕੰਮ ਦੇ ਨਾਲ ਪਿਆਰ ਹੁੰਦਾ ਹੈ। ਚੰਮ ਨਹੀਂ ਪਿਆਰਾ, ਕੰਮ ਪਿਆਰਾ ਹੈ। ਕੰਮ ਕਰੋ, ਕੰਮ ਕਰਦੇ ਹੋ ਠੀਕ ਹੈ, ਨਹੀਂ ਤਾਂ ਪਰਿਵਾਰ ਨਫ਼ਰਤ ਨਾਲ ਦੇਖਣ ਲੱਗ ਜਾਂਦਾ ਹੈ। ਵਿਹਲਾ ਬੈਠਾ ਘਰ ਹੀ ਰਹਿੰਦਾ, ਕੋਈ ਕੰਮ ਨਹੀਂ ਕਰਦਾ। ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਭੇਜਿਆ। ਨਾਮ ਜਪਣਾ, ਸਤ ਸੰਗਤ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਗੁਰੂ ਦੀ ਸੰਗਤ ਕਰਨੀ, ਇਹਦੇ ਨਾਲ ਸਾਡਾ ਜਨਮ ਸਫਲਾ ਹੁੰਦਾ। ਆ ਸਾਡੇ ਬਾਕੀ ਸੰਸਾਰੀ ਕੰਮ ਤਾਂ ਸਾਡੇ ਧੰਦੇ ਨੇ, ਇਹ ਤਾਂ ਸਾਡੇ ਉਪਜੀਵਕਾ ਵਾਸਤੇ ਨੇ। ਪਰਮਾਰਥੀ ਰਸਤਾ ਵੀ ਸਮਾਰ ਲੈ, ਭਗਤੀ ਮਾਰਗ ਨੂੰ ਵੀ ਸਮਾਰ ਲੈ। ਅੱਗੇ ਜਾਣਾ, ਉੱਥੋਂ ਦੀਆਂ ਕੋਹਾਂ ਗਿਣੀਆਂ ਨਹੀਂ ਜਾਂਦੀਆਂ। ਜੇ ਮਾਰ ਕੇ ਗਾਣੇ ਚਾਹੇ ਨਾ ਕੋਸਾ, ਉੱਥੋਂ ਦੀ ਜਾਂ ਲੰਘਣਾ ਹੈ। ਬੜੇ ਵਿਖਮ ਰਸਤਾ ਹੈ, ਕਠਨ। ਇਹ ਧੀਆਂ ਪੁੱਤਰ, ਮਾਤਾ ਪਿਤਾ, ਰਿਸ਼ਤੇਦਾਰ, ਸੰਬੰਧੀ ਸ਼ਮਸ਼ਾਨ ਘਾਟ ਤੱਕ ਡੱਕੇ ਤੋੜ ਕੇ ਮੁੜ ਆਉਣਗੇ ਅੱਗੇ ਦੇ। ਤੇਰੀ ਫਿਰ ਕਿਹਨੇ ਸਹਾਇਤਾ ਕਰਨੀ ਹੈ? ਉੱਥੇ ਮਾਤਾ ਪਿਤਾ ਨਹੀਂ, ਕੋਈ ਨਹੀਂ ਪਹੁੰਚ ਸਕਦਾ, ਰਿਸ਼ਤੇਦਾਰ ਸੰਬੰਧੀ। ਨਾਮ ਨੇ ਸਹਾਇਤਾ ਕਰਨੀ ਤੇਰੀ, ਨਾਮ ਨੇ ਸਹਾਇਤਾ ਕਰਨੀ। ਜਿੱਥੇ ਨਾ ਕੋਈ ਮਾਤ ਪਿਤਾ ਤੇਰਾ, ਜਿੱਥੇ ਨਾ ਕੋਈ ਮਾਤ ਪਿਤਾ, ਉੱਥੇ ਨਾਮ ਨੇ। ਉੱਥੇ ਨਾਮ ਨੇ। ਜਿੱਥੇ ਨਾ ਕੋਈ ਤੇਰਾ ਨਾਮ ਨੇ ਸਹਾਇਤਾ ਕਰਨੀ। ਉੱਥੇ ਨਾਮ ਨੇ ਸਹਾਇਤਾ ਕਰਨੀ। ਜਿੱਥੇ ਨਾ ਕੋਈ ਮਾਤ ਪਿਤਾ ਤੇਰਾ, ਜਿੱਥੇ ਨਾ ਕੋਈ ਮਾਤ ਪਿਤਾ, ਉੱਥੇ ਨਾਮ ਨੇ। ਉੱਥੇ ਨਾਮ ਨੇ ਸਹਾਇਤਾ। ਤੇਰਾ, ਜਿੱਥੇ ਨਾ ਕੋਈ ਨਾਮ ਨੇ ਸਹਾਇਤਾ ਕਰਨੀ। ਨਾਮ ਨੇ ਸਹਾਇਤਾ ਕਰਨੀ। ਉੱਥੇ ਨਾਮ ਨੇ ਸਹਾਇਤਾ ਕਰਨੀ। ਨਾਮ ਨੇ ਸਹਾਇਤਾ ਕਰਨੀ। ਉੱਥੇ ਨਾਮ ਨੇ ਸਹਾਇਤਾ ਕਰਨੀ। ਉੱਥੇ ਨਾਮ ਨੇ ਸਹਾਇਤਾ ਕਰਨੀ। ਜਿੱਥੇ ਨਾ ਕੋਈ ਮਾਤ ਪਿਤਾ ਤੇਰਾ,
ਤੇਰਾ ਜਿੱਥੇ ਨਾ ਕੋਈ ਮਾਤ ਪਿਤਾ ਉਥੇ ਨਾਮ ਨੇ। ਨਾਮ ਨੇ ਸਹਾਇਤਾ ਤੇਰਾ ਜਿੱਥੇ ਨਾ ਕੋਈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਮਾਤ ਪਿਤਾ ਮੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਹੀਂ ਸਹਾਇਤਾ ਕਰਦਾ, ਬਸ ਡੱਕੇ ਤੋੜੇ। ਇੱਥੇ ਤੱਕ ਹੀ ਹੈ ਸਾਥ। ਤੇਰੇ ਮਾਤਾ ਪਿਤਾ ਵੀ ਜਵਾਬ ਦੇ ਗਏ ਉਸ ਬੱਚੇ ਨੂੰ, ਕਹਿਣ ਲੱਗਿਆ ਰਾਜਾ ਤੇਰੇ ਘਰ ਵਾਲੀ ਹੋਰ ਬੱਚੇ, ਤੇਰਾ ਕੋਈ ਹੋਰ ਦਾਦ ਫਰਿਆਦ ਵਾਲਾ ਹੈ, ਤੇਰੀ ਕੋਈ ਸਫਾਈ ਦੇਣ ਵਾਲਾ ਹੈ ਕੋਈ? ਹਾਂ ਹੈ। ਉਹ ਬੱਚਾ ਕਹਿੰਦਾ ਹੈ। ਕੌਣ ਹੈ? ਸੰਤ ਮਾਧੋ ਦਾਸ ਜੀ। ਸੰਤ ਮਾਧੋ ਦਾਸ ਜੀ, ਬੁਲਾਓ ਉਹਨਾਂ ਨੂੰ। ਸੰਤ ਮਾਧੋ ਦਾਸ ਜੀ ਆ ਗਏ। ਪੁੱਛਿਆ ਸੰਤਾਂ ਨੂੰ, ਇਹ ਤੇਰਾ ਕੀ ਲੱਗਦਾ? ਇਹ ਬੱਚਾ ਕੀ ਲੱਗਦਾ ਤੇਰਾ? ਸੰਤ ਕਹਿੰਦੇ ਸਾਰਾ ਕੁਛ ਹੀ ਹੈ। ਮੇਰਾ ਚੇਲਾ, ਮੇਰਾ ਪੁੱਤਰ, ਮੇਰਾ ਸੇਵਕ, ਇਹ ਸਾਰਾ ਕੁਛ ਹੀ ਹੈ ਮੇਰਾ। ਰਾਜ ਨੇ ਸਾਰਾ ਕੁਛ ਹੀ ਹੈ ਮੇਰਾ। ਸੰਤਾਂ ਨੇ ਗਵਾਹੀ ਦੇ ਦਿੱਤੀ ਆ ਕੇ ਸਾਰਾ ਕੁਛ ਹੀ ਹੈ ਮੇਰਾ ਬੱਚਾ। ਇਹ ਸਤ ਸੰਗੀ, ਇਹ ਮੇਰੀ ਸਤ ਸੰਗਤ ਕਰਦਾ ਹੈ ਗੁਰੂ ਦੀ। ਇਹ ਸਤ ਸੰਗੀ ਵੀ ਹੈ, ਮੇਰਾ ਸੰਗੀ ਵੀ ਹੈ, ਮੇਰਾ ਪੁੱਤਰ ਵੀ ਹੈ। ਇਹ ਸਾਰਾ ਕੁਛ ਹੀ ਹੈ। ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਾਂਦਿਆਂ ਨੂੰ। ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਾਂਦਿਆਂ ਨੂੰ। ਹਾਂ ਬਈ ਦੁਨੀਆ ਛੱਡੇ ਛੱਡੇ। ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਾਂਦਿਆਂ ਨੂੰ। ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਾਂਦਿਆਂ ਨੂੰ। ਨਿਭਾਉਂਦੇ ਨੇ ਬਈ ਦੁਨੀਆ ਛੱਡੇ। ਨਿਭਾਉਂਦੇ ਨੇ ਬਈ ਦੁਨੀਆ ਛੱਡੇ। ਪਿਆਰੇ ਜੀ ਦੁਨੀਆ ਛੱਡੇ ਜਾਂਦਿਆਂ ਨੂੰ। ਪਿਆਰੇ ਜੀ ਦੁਨੀਆ ਛੱਡੇ ਜਾਂਦਿਆਂ ਨੂੰ। ਮੇਰੇ ਪਿਆਰੇ ਦੁਨੀਆ ਛੱਡੇ ਜੀ ਜਾਂਦਿਆਂ ਨੂੰ। ਦੁਨੀਆ ਛੱਡੇ ਜੀ ਜਾਂਦਿਆਂ ਨੂੰ। ਬਾਬਾ ਸਾਧੂ ਮੋਇਆ ਦਾ ਵੀ ਸਾਥ ਨਿਭਾਉਂਦੇ ਨੇ ਬਈ ਜਾਂਦਿਆਂ। ਸਾਧੂ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ ਜਾਂਦਿਆਂ। ਨਾਨਕ ਕਚੜਿਆਂ ਸੋ ਤੋੜ,
ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ, ਓਏ ਮੋਇਆ ਨਾ ਜਾਹੀ ਛੋਟ। ਸੰਤ ਮਹਾਰਾਜ ਦਾਸ ਦੇ ਗੁਰੂਦੇਵ ਸ਼੍ਰੀਮਾਨ 111 ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਕਹਿ ਦਿੰਦੇ ਸੰਗਤਾਂ ਨੂੰ, ਇੱਥੇ ਵੀ ਮੈਂ ਹਾਂ, ਅੱਗੇ ਵੀ ਮੈਂ ਖੜਾ ਹੋਊਂਗਾ। ਇਹ ਹੈ ਕਮਾਈ ਕਰਨ ਦਾ ਆਨੰਦ। ਉਹੀ ਕਹਿ ਸਕਦਾ ਜਿਹਦੇ ਕੋਲ ਕੁਛ ਹੈ। ਮਹਾਂਪੁਰਖ ਕਹਿੰਦੇ, ਹੀ ਰਾਜਨ, ਜੋ ਮਰਜ਼ੀ ਸਮਝ ਲੈ, ਮੇਰਾ ਪੁੱਤਰ ਵੀ ਹੈ, ਮੇਰਾ ਸੇਵਕ ਵੀ ਹੈ, ਮੇਰਾ ਸਤਸੰਗੀ ਵੀ ਹੈ, ਕੁਛ ਸਮਝ ਲੈ, ਸਭ ਕੁਛ ਹੀ ਹੈ ਬੱਚਾ ਮੇਰਾ। ਕਹਿੰਦਾ ਤੂੰ ਸਫਾਈਆਂ ਦਿੰਦਾ ਇਸ ਨੂੰ ਬਚਾਉਣ ਵਾਸਤੇ, ਇਹਦੇ ਨਾਲ ਤੇਰੀ ਹਿੱਸਾ ਪੱਤੀ ਹੋ ਮਾੜੀ ਮੋਟੀ। ਸੰਤ ਕਹਿੰਦੇ ਇਹਦਾ ਗੁਨਾਹ ਨਹੀਂ ਹੈ, ਇਹ ਗੁਨਾਹੀ ਨਹੀਂ ਹੈ, ਇਹ ਚੋਰ ਨਹੀਂ ਹੈ। ਸੰਤ ਕਹਿੰਦੇ ਇਹ ਗਲਤੀ ਮੇਰੀ ਹੈ, ਜੇ ਮੈਂ ਸਮੇਂ ਦੇ ਨਾਲ ਕਥਾ ਦਾ ਭੋਗ ਪਾ ਦਿੰਦਾ, ਅੱਜ ਇਸ ਬਾਲਕ ਦੀ ਆ ਹਾਲਤ ਨਾ ਹੁੰਦੀ। ਮੈਂ ਸਮੇਂ ਤੋਂ ਕਥਾ ਲੇਟ ਭੋਗ ਪਾਇਆ ਤਾਂ ਅੱਜ ਇਹ ਬਾਲਕ ਤੁਹਾਡੇ ਕੋਲ ਆ ਦਸ਼ਾ ਵਿੱਚ ਖੜਾ। ਇਹ ਸਜ਼ਾ ਦਾ ਮੈਂ ਭਾਗੀ ਹਾਂ। ਸੰਤ ਕਹਿੰਦੇ ਮੈਨੂੰ ਸਜ਼ਾ ਦੇ। ਇਹ ਬੱਚਾ ਨਹੀਂ ਗੁਨਾਹ, ਗੁਨਾਹ ਮੈਂ ਆ, ਇਹ ਬੇਗੁਨਾਹ ਹੈ, ਮੈਨੂੰ ਸਜ਼ਾ ਦੇ। ਰਾਜਾ ਕਹਿੰਦਾ ਤੂੰ ਤਾਂ ਇਹਨੂੰ ਬਚਾਉਣ ਦਾ ਗੱਲਾਂ ਕਰਦਾ ਮਹਾਂਪੁਰਖਾ, ਲੈ ਮੈਂ ਸੂਲੀ ਚਾੜਨ ਲੱਗਿਆ ਇਹਨੂੰ, ਨਾਲੇ ਤੇਰਾ ਗੁਰੂ ਬਚਾ ਲਵੇ, ਨਾਲੇ ਤੂੰ ਬਚਾ ਲੈ। ਸੰਤ ਕਹਿੰਦੇ ਮੈਂ ਕੀ ਬਚਾਉਣਾ ਹੈ? ਸੰਤ ਮਾਧੋ ਦਾਸ ਜੀ ਕਰਨੀ ਤੇ ਕਥਨੀ ਦੇ ਪੂਰੇ ਮਹਾਂਪੁਰਖ, ਮੈਂ ਕੀ ਬਚਾਉਣਾ? ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਾਉਣਗੇ। ਇਹਨੂੰ ਗੁਰੂ ਬਚਾਊਗਾ ਜਿਹਦੀ ਇਹ ਕਥਾ ਸੁਣਦਾ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਚਾੜ ਸੂਲੀ ਚਾੜਦੇ। ਜਦੋਂ ਸਾਧ ਸੰਗਤ ਜੀ, ਰਾਜਾ ਕਹਿੰਦਾ ਸੂਲੀ, ਲੱਕੜ ਦੀ, ਸੁੱਕੀ ਲੱਕੜ ਦੀ ਸੂਲੀ, ਇਹਨੂੰ ਸੂਲੀ ਚਾੜੋ, ਜਲਾਦੋ। ਜਲਾਦ ਸੂਲੀ ਚਾੜਨ ਲੱਗੇ। ਸੰਤ ਮਾਧੋ ਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਿਰਤੀ ਜੋੜ ਲਈ, ਅਰਦਾਸਾਂ ਕਰਨ ਲੱਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਿੱਖ ਨੂੰ ਬਚਾਓ। ਸਾਧ ਸੰਗਤ ਜਦੋਂ ਰਾਜੇ ਨੇ ਉਹ ਸੂਲੀ ਤੇ ਚਾੜਿਆ ਬੱਚਾ, ਉਹਦੇ ਵਿੱਚੋਂ ਐ ਲਗਰਾਂ ਫੁੱਟ ਤੁਰੀਆਂ, ਹਰੀਆਂ ਹਰੀਆਂ ਲਗਰਾਂ ਐ ਹਰੀ ਹੋ ਗਈ। ਉਹ ਬੱਚੇ ਨੂੰ ਕੋਈ ਦੁੱਖ ਹੀ ਨਾ ਹੋਇਆ। ਕਿਉਂ? ਜਿਹੜੇ ਸਤ ਸੰਗਤ ਦਾ ਪ੍ਰਤਾਪ ਹੈ, ਜਿਹੜਾ ਗੁਰੂ ਦੀ ਸੰਗਤ ਕਰਦਾ ਹੈ। ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ, ਮੇਰੇ ਮਾਧੋ। ਸਤ ਸੰਗਤ ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਮਾਧੋ ਜੀ, ਮੇਰੇ ਮਾਧੋ ਜੀ, ਮਾਧੋ ਜੀ, ਮੇਰੇ ਮਾਧੋ ਜੀ। ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮਾਧੋ ਜੀ। ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਧਰਿਆ ਮੇਰੇ ਮਾਧੋ ਜੀ। ਸਤ ਸੰਗਤ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗਤ ਵਿੱਚ ਆ ਗਿਆ, ਗੁਰੂ ਦੀ ਸੰਗਤ ਵਿੱਚ,
ਉਹ ਇਸ ਦੁਨੀਆ ਤੋਂ, ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਪਾਇਆ, ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਮੁਕਤੀ ਮਿਲ ਜਾਂਦੀ ਹੈ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਉਹ ਸੁੱਕੀ ਹੋਈ ਲੱਕੜ ਵੀ ਐ ਲਗਰਾਂ ਛੱਡਿਆ ਹੀ ਧਰਤੀ ਨੂੰ ਲੱਗ ਗਈ, ਕੁਛ ਨਹੀਂ ਹੋਇਆ ਬੱਚੇ ਨੂੰ। ਰਾਜਾ ਕਹਿੰਦਾ ਜਾਓ ਕਰੋ ਹੁਣ ਲੋਹੇ ਦੀ ਸੂਲੀ ਬਣਾਓ, ਦੇਖ ਦਿਆਂਗੇ ਲੋਹੇ ਦੀ ਸੂਲੀ ਤੋਂ ਬਾਜੂ। ਸਾਧ ਸੰਗਤ ਜੀ, ਲੋਹੇ ਦੀ ਸੂਲੀ ਵੀ ਢਲ ਕੇ ਮੋਮ ਵਾਂਗੂ ਧਰਤੀ ਤੇ ਲੱਗ ਗਈ। ਜਿਹੜਾ ਗੁਰੂ ਦੀ ਸੰਗਤ ਕਰਦਾ ਉਹ ਪਰਮਾਤਮਾ ਉਹਦਾ ਰਾਖਾ ਬਣ ਜਾਂਦਾ ਹੈ। ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ, ਭਗਤ ਨਾਮਦੇਵ ਜੀ ਦ੍ਰੋਪਤਾ ਦੀ ਲਾਜ ਰੱਖੀ, ਸਾਰੇ ਭਗਤਾਂ ਦੀ ਲਾਜ ਰੱਖੀ ਪਰਮਾਤਮਾ ਨੇ। ਜਿਹੜਾ ਨਾਮ ਜਪਦਾ ਸਾਡੇ ਸੰਤ ਗਿਆਨੀ ਜਥੇਦਾਰ ਨਿਰਮਲ ਸਿੰਘ ਜੀ, ਬਹੁਤ ਵਧੀਆ ਸੁਭਾਅ ਸੀ, ਵਧੀਆ ਪੂਰੀ ਜਥੇ ਦੇ ਵਿੱਚ ਡਿਊਟੀ ਨਿਭਾਈ ਹੈ ਤਨ ਮਨ ਧਨ ਦੇ ਨਾਲ। ਸੰਤ ਮਹਾਰਾਜ ਜੀ ਦੇ ਜਥੇ ਵਿੱਚ ਵੀ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਾਡੇ ਗੁਰੂਦੇਵ ਜੀ, ਉਹਨਾਂ ਦੇ ਬਹੁਤ ਖੁਸ਼ੀਆਂ ਲਈਆਂ ਨੇ ਇਹਨਾਂ ਨੇ। ਹੁਣ ਮੌਜੂਦਾ ਸਮੇਂ ਦੇ ਮਹਾਂਪੁਰਖ ਸਾਡੇ ਸੰਤ ਬਾਬਾ ਗੁਰਚਰਨ ਸਿੰਘ ਜੀ, ਉਹਨਾਂ ਨੇ ਵੀ ਪਹੁੰਚਣਾ ਸੀ ਭਾਈ, ਹੋ ਸਕਦਾ ਲਵੇ ਲਾਉਣੇ ਲੱਗੇ ਹੀ ਹੋਣ, ਪਰ ਕਈ ਵਾਰੀ ਕੋਈ ਉਰਝੇਵੇਂ ਐਸੇ ਹੋ ਜਾਂਦੇ ਨੇ, ਸੰਗਤਾਂ ਦਾ ਪਿਆਰ ਹੋਰ ਪਾਸੇ ਲੈ ਜਾਂਦਾ ਮਹਾਂਪੁਰਖਾਂ ਨੂੰ। ਆਓ ਆਪਾਂ ਹਾਜ਼ਰੀਆਂ ਭਰੀਆਂ ਨੇ, ਕਿਉਂਕਿ ਭਾਈ ਨਿਰਮਲ ਸਿੰਘ ਜੀ ਸਾਡੇ ਸਤਿਕਾਰਯੋਗ ਬਾਬਾ ਜੀ ਬੈਠੇ ਨੇ, ਜਥੇਦਾਰ ਚਾਤਰ ਸਿੰਘ ਜੀ, ਇਹਨਾਂ ਦੇ ਵੱਡੇ ਭਰਾਤਾ ਸੀ, ਇਹਨਾਂ ਦੇ ਵੱਡੇ ਭਰਾ ਬਣੇ ਹੋਏ ਸੀ, ਇਹਨਾਂ ਨਾਲ ਪਿਆਰ ਸੀ ਭਾਈਆਂ ਤੋਂ ਵੀ ਵੱਧ। ਆਓ ਇਸ ਸਥਾਨ ਦੇ ਮਹਾਂਪੁਰਖ ਵੀ ਸੇਵਾ ਕਰਵਾ ਰਹੇ ਨੇ, ਇਹਨਾਂ ਦੇ ਨਾਲ ਸਾਥ ਦਿਆ ਕਰੋ, ਸਤਿਗੁਰੂ ਜੀ ਦਾ ਸਥਾਨ ਬਣਦਾ ਹੈ। ਇਹ ਮਹਾਂਪੁਰਖਾਂ ਦਾ ਜਥਾ ਫਕੀਰੋਂ ਕੇ ਬਖਸ਼ੀਸ਼ੇ ਤਾਕਤ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾਸਰ ਸਾਹਿਬ ਰੋੜੇਵਾਲ ਸਾਹਿਬ ਤੋਂ ਪਹੁੰਚਿਆ, ਜਿੱਥੇ ਬਾਬਾ ਜੀ ਸਾਡੇ ਨਿਰਮਲ ਸਿੰਘ ਜੀ ਜਥੇਦਾਰ ਜੀ ਸੇਵਾ ਨਿਭਾ ਰਹੇ ਸੀ ਬਾਬਾ ਜੀ ਦੇ ਸਥਾਨ 'ਤੇ। ਉੱਥੇ ਸਾਡੇ ਕੋਲ ਸੇਵਾ ਨਿਭਾ ਰਹੇ ਸੀ ਬਾਬਾ ਜੀ ਦੇ ਜਥੇ 'ਚ, ਬਹੁਤ ਵਧੀਆ ਸੁਭਾਅ ਸੀ, ਬੜਾ ਸੁੰਦਰ ਕੀਰਤਨ ਕਰਦੇ ਸੀ। ਆਓ ਹੁਣ ਆਪਾਂ ਕੁਝ ਸਮਾਂ ਕੀਰਤਨ ਸਾਡੇ ਸਤਿਕਾਰਯੋਗ ਸਾਡੇ ਗੁਰੂ ਭਾਈ ਨੇ, ਵੱਡੇ ਸਤਿਕਾਰਯੋਗ ਸੰਤ ਬਾਬਾ ਈਸਰ ਸਿੰਘ ਜੀ ਧੂਰੀ, ਇਹ ਸਾਡੇ ਦੇ ਜਥੇ ਅੱਜ ਇਹਨਾਂ ਕੋਲੋਂ ਆਪਾਂ ਕੀਰਤਨ ਸਰਵਣ ਕਰੀਏ। जिस प्यारे से उन्हें हों तिस आगे मर चलिए, त्रिग जीवन संसार ताके पाछे जीवना। गुरबाणी कथा विचारां गुरु प्यारिਆਂ ने बहुत सुनाइयां, समय ਦੇ ਨਾਲ ਹੀ ठीक होया करता है। जिस परिवार ਦੇ ਨਾਲ भाई निर्मल सिंह जी ਸਾਡੇ ਗੁਰੂ ਭਾਈ ਦਾ ਪਿਆਰ ਸੀ, ਵੱਡੇ ਮਹਾਂਪੁਰਖ ਸੰਤ ਰਾਮ ਸਿੰਘ ਜੀ ਸਾਡੇ ਧੂਰੀ ਹੋਇਆ ਕਰਦੇ ਹਨ, ਉਹਨਾਂ ਦਾ ਸਾਰਾ ਹੀ ਪਰਿਵਾਰ ਆਪਣੇ ਭੈਣ ਭਰਾਵਾਂ ਵਾਂਗੂ ਭਾਈ ਨਿਰਮਲ ਸਿੰਘ ਨਾਲ ਬਹੁਤ ਪਿਆਰ ਸੀ। ਜਿਸ ਪਿਆਰੇ ਸਿਉ ਨਿਹੋ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। कबीर बिरहा बिरहा आखिए बिरहा तू सुल्तान। ऐसा प्यार अपने प्यार नाल सारे परिवार दे नाल इन्हां दा मोह मोह सी। अंत समय भी कहंदा मैं अपने भरावां नूं मिलिया वां, महाराज मैनूं किरपा करो, छुट्टी दिओ। पर की पता सी कि इत्थे जिथे जिस परिवार नाल प्यार हुंदा है उथे ये आंतर आत्मा है, उसकी आवाज़ अपने आप ही पहुँचती है। मेरे जानी चल गए, जानी चल गए, जानी चल गए,
ਜਾਨੀ ਚੱਲ ਗਏ ਮੇਰੇ ਜਾਨੀ ਚੱਲ ਗਏ, ਜਾਨੀ ਚੱਲ ਗਏ ਮੇਰੇ ਜਾਨੀ ਚੱਲ ਗਏ। ਜਾਨੀ ਚੱਲ ਗਏ ਫਿਰ ਜਾਨੀ ਚੱਲ ਗਏ, ਉਹ ਜਾਨੀ ਚੱਲ ਗਏ ਫਿਰ ਜਾਨੀ ਚੱਲ ਗਏ। ਜਾਨੀ ਚੱਲ ਗਏ ਮੇਰੇ ਜਾਨੀ ਚੱਲ ਗਏ, ਜਾਨੀ ਚੱਲ ਗਏ ਮੇਰੇ ਜਾਨੀ ਚੱਲ ਗਏ। ਫਰੀਦਾ ਜਬਨ ਚਲਨ ਰਤਨ ਇਹ ਸੁਣੀਆਂ ਬਹਿ ਗਏ, ਜਿਹੜੇ ਮੁੱਤੀ ਤਾਰ ਸੇ ਜਾਨੀ ਚੱਲ ਗਏ। ਬਾਬਾ ਫਰੀਦ ਜੀ ਦਾ ਫਰਮਾਨ ਹੈ, ਫਰੀਦਾ ਇਹ ਤਨ ਜਾਹੇਗਾ ਸਕੋ ਤੋਂ ਲਿਹੋ ਬਹੋਰ, ਕਿ ਅਸੀਂ ਇਸ ਮੌਤ ਨੂੰ ਜਿੱਤ ਸਕਦੇ ਹਾਂ, ਰੋਕ ਸਕਦੇ ਹਾਂ? ਨਹੀਂ, ਇਹ ਸਭ ਉਸ ਕਰਤਾਰ ਦੇ ਹੱਥ 'ਚ ਹੈ। ਜਿੰਨੇ ਵੀ ਸਾਸਾਂ ਦੀ ਪੂੰਜੀ ਕੋਈ ਸਮਾਂ ਨੀਤੀ, ਭਾਵੇਂ ਉਹਨਾਂ ਦੀ ਕੋਈ ਉਮਰ ਦਾ ਤਕਾਜ਼ਾ ਨਹੀਂ ਹੋਇਆ ਕਰਦਾ, ਇਹ ਉਹ ਅਕਾਲ ਪੁਰਖ ਦੀ ਆਪਣੀ ਮਰਜ਼ੀ ਹੈ। ਫਰੀਦਾ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਉ ਤੇ ਗਏ, ਨਾਂਗੇ ਪਾਉ ਤੇ ਗਏ ਜਿਨਕੇ ਲਾਖ ਕਰੋੜ, ਪਾਈ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਦੇਖੇ ਨੇ, ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਦੇਖ ਲੈ। ਪਿਆਰਿਓ ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਦੇਖ ਲੈ, ਲੱਖਾਂ ਤੇ ਕਰੋੜਾਂ ਵਾਲੇ ਨੰਗੇ ਪੈਰੀ ਜਾਂਦੇ ਦੇਖੇ ਨੇ। ਇਹ ਤਨ ਜਾਏਗਾ ਸਕੋ ਤੋ ਲਿਹੋ ਬਹੋ, ਨਾਗੇ ਪਾਉ ਤੇ ਗਏ ਜਿਨਕੇ ਲਾਖ ਕਰੋੜ,
रंग न तुंग बगी ओ बारी आपो अपनी कोई न बदा धीर। आओ साध संगत जिन्ना समा सी समा हो चुकिया है, आओ आप सारे रामकली आनंद दे साथ दिओ, समय दे विच रहना ही ठीक होया करो। रामकली महला तीजा आनंद एक ओंकार सतगुरु प्रसाद। आनंद पया मेरी माए सतगुरु मैं पाया। राग रतन परवार परियां शब्द गावण आईयां। कहे नानक आनंद होआ सतगुरु मैं पाया। हर नाल रहो तू मन मेरे दुख सब उसारना। सबना गला समरथ सुआमी तो मनो बसारे। साचे साहेबा क्या नहीं करते सदा सिफत सलाह तेरी नाम मन बसावे। कहे नानक सच्चे साहिब क्या नहीं करते साचा नाम मेरा आधार। कर सात सुख मन आए वसिया जिन इच्छा सा पुजाइया। कहे नानक सुनो संतो सब करो प्यारो साचा नाम मेरा आधारो वाजे। वो पंच दूत तुझ बस कीते काल कंटक मारिया। कहे नानक तह सुख होआ तित घर अनहद वाजे। पार ब्रह्म प्रभ पाया उतरे सगल वसूरे। संत साधन भय सरसे पूरे गुरते जाने। बिनवंत नानकपुर चरण लागे वाजे अनहद तूए श्लोक। दिवस रात तो दाई दाया खेला सगल जगत। कर्मी आपो अपनी के नेड़े के दूर। नानक ते मुकूत ले खेती छुट्टी नाल। सुना मिल हर जस गायो जो चाहत सोई मन पायो। कर कृपा हर नाम दवायो। तेरा नाम सत है तेरा नाम सत है बोलो। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। तू उठा मात पिता हम वाहिगुरु तुमरे
ਮਿਤ ਤੁਮਹੇ ਤੁਧ ਆਗੇ ਅਰਦਾਸ ਹਮਾਰੀ ਜਿਉ ਕਹੁ ਨਾਨਕ ਸਭ ਵਾਹਿਗੁਰੂ 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 ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੀਨ ਧਿਆਏ, ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸ ਸਾਹਿਬ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਦਿਆਵੈ ਧਾਏ, ਸਭ ਥਾਈ ਹੋਣਾ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਪੰਥ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ, ਸਰਬੰਸ ਦਾਨੀ ਪਿਤਾ ਸਭ ਥਾਈ ਹੋਣਾ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜੂਰ, ਜ਼ਾਹਿਰਾ ਜ਼ਹੂਰ, ਸਰਬ ਕਲਾ ਭਰਪੂਰ। ਗੁਰਗੱਦੀ ਛਤਰ ਚਬਰ ਤਖਤ ਦੇ ਮਾਲਕ ਪ੍ਰਤੱਖ ਗੁਰੂ, ਗੱਦੀ ਬਿਰਾਜਮਾਨ ਕਲਯੁਗ ਕੀ ਤਾਰਨਹਾਰ ਸਤਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਦਿ ਦਰਬਾਰ, ਦਸਮ ਦਰਬਾਰ, ਸਰਬਲੋਕ ਦਰਬਾਰ, ਤਿੰਨਾਂ ਦਰਬਾਰਾਂ ਦੀ ਪਾਠ ਪਵਿੱਤਰ ਬਾਣੀ ਜੋੜ ਮੇਲਿਆਂ ਦਾ ਧਿਆਨ ਧਰ। ਗੁਰੂ ਖਾਲਸਾ ਸਾਹਿਬ ਬੁਰਨਾ ਜੀ। ਗੁਰੂ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਫਤਿਹ ਸਿੰਘ ਕੇ ਜਥੇ ਸਿੰਘ ਜੀ, ਪੰਜ ਪਿਆਰੇ ਪੰਜ ਵੀਰ, 40 ਮੁਕਤੀ ਹਠੀਆਂ ਜਪੀਆਂ ਤਪੀਆਂ ਸਦਕਬਾਨ ਸੂਰਬੀਰ ਬਹਾਦਰਾਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ, ਤੇਗ ਵਾਹੀ ਦੇਖ ਸੁਣ ਕੇ ਅੰਡਿਠ ਕੀਤਾ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਹਿਤ ਅਕਹਿ ਦੁਖੜੇ ਸਹਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤਿਨਾਂ ਪਿਆਰਿਆਂ ਸਚਿਆਰਿਆਂ ਸ਼ਹੀਦਾਂ ਸਿੰਘਾਂ ਸਿੰਘੀਆਂ ਭਟੰਗੀਆਂ ਮਹਾਂਪੁਰਸ਼ਾਂ ਨਿਤਨੇਮੀਆਂ ਦੀ ਕਮਾਈ ਦਾ ਧਿਆਨ ਧਰ। ਗੁਰੂ ਖਾਲਸਾ ਸਾਹਿਬ ਬੁਰਨਾ ਜੀ। ਪਰਮ ਧਾਮ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕਰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਤੱਕ ਪ੍ਰਿਅੰਤ ਸਰਬੱਤ ਗੁਰਦੁਆਰਿਆਂ, ਤੀਰਥਾਂ ਧਾਮਾਂ ਨਿਸ਼ਾਨਾਂ ਧੁੰਸਿਆਂ ਬੁੰਗਿਆਂ ਗੁਰੂ ਜੀ ਕੇ ਲੋਹ ਲੰਗਰਾਂ, ਚੌਹਾਂ ਤਖਤਾਂ ਸੰਯੁਕਤ ਪੰਜਵਾਂ ਤਖਤ 96 ਕਰੋੜ ਚਲਦਾ ਵੀਰ, ਚੱਕਰਵਰਤੀ ਬੁੱਢਾ ਦਲ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਗੁਰੂ ਖਾਲਸਾ ਸਾਹਿਬ ਬੋਲਣਾ ਜੀ। ਵਾਹਿਗੁਰੂ ਆਪਦੇ ਸਿੱਖਾਂ ਦੇ ਮਨ ਨੀਵੇਂ, ਮਤ ਉੱਚੀ ਮਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਬਖਸ਼ਿਓ ਆਪਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਵਿਵੇਕ ਦਾਨ, ਭਰੋਸਾ ਦਾਨ, ਗੁਰਮਤਿ ਦਾਨ, ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਦਾ ਜੈ ਜੈਕਾਰ। ਗੁਰੂ ਖਾਲਸਾ ਜੀ ਦੇ ਬੋਲ ਵਾਲੇ ਗੁਰੂ ਖਾਲਸਾ ਸਾਹਿਬ ਬੋਲਣਾ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਸਾਹਿਬ ਬੋਲਣਾ ਜੀ। ਪ੍ਰਥਮੇ ਸਵਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ। ਚਿਤਾਵਨ ਦਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਜੀ ਤਹਾਂ ਤਹਾਂ ਰਛਿਆ ਰਹਿਤ। ਦੇਖ ਤੇ ਫਤਿਹ ਬਿਰਦ ਕੀ ਪੈਜ। ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਈ। ਗੁਰੂ ਖਾਲਸਾ ਜੀ ਦੇ ਬੋਲ ਵਾਲੇ ਗੁਰੂ ਖਾਲਸਾ ਸਾਹਿਬ ਬੋਲਣਾ ਜੀ। ਵਾਹਿਗੁਰੂ ਜੇਤਾ ਸਮੁੰਦ ਸਾਗਰ ਨੀਰ ਭਰਿਆ। ਤਿਤਿ ਗੁਣ ਹਮਾਰੀ ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ। ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ। ਜੀ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਬੜ ਗੁਨਹਗਾਰ। ਹਰ ਜੀ ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣਹਾਰ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਜ਼ਰ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਸਤਿਗੁਰੂ ਜੀ ਦੇਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ, ਘੱਲੇ ਆਵੈ ਨਾਨਕਾ ਸਦੇ ਉਠੀ ਰਾਹੇ। ਰਾਣਾ ਰਉ ਨ ਕੁਰ ਹੈ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨ ਬੰਦਾ ਧੀਰ। ਨਦੀ ਕਿਨਾਰੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝਨੋਂ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚਿੱਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ ਦੇ ਮਹਾਵਾਕ ਅਨੁਸਾਰ। ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਜਥੇਦਾਰ ਨਿਰਮਲ ਸਿੰਘ ਜੀ ਸੱਚੇ ਪਾਤਸ਼ਾਹ, ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਇਸ ਮਿਰਤ ਮੰਡਲ ਸੰਸਾਰ ਦੀ ਯਾਤਰਾ ਕਰਕੇ ਆਪ ਦੇ ਚਰਨਾਂ 'ਚ ਜਾ ਵਿਰਾਜੇ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਮਾਤ ਲੋਕ ਵਿੱਚ ਰਹਿੰਦਿਆਂ ਅਨੇਕ ਪ੍ਰਕਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਲਤੀਆਂ ਹੋਈਆਂ ਹੋਣਗੀਆਂ, ਭੁੱਲਾਂ ਹੋਈਆਂ ਹੋਣਗੀਆਂ, ਲੇਖ ਹੈ ਕਤਹੂ ਨ ਛੂਟੀ ਹੈ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰਾ ਬਖਸ਼ ਲੈ, ਨਾਨਕ ਪਰ ਉਤਾਰ ਦੇ ਮਹਾਵਾਕਾਂ ਅਨੁਸਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਦੀਵ ਕਾਲ ਦੇ ਲਈ ਇਸ ਆਤਮਾ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਆਵਾਗਾਉਣ ਦੇ ਚੱਕਰ ਤੋਂ ਮੁਕਤ ਕਰਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਲੇਖਾ ਹੈ ਕਤਹੂ ਨ ਛੁੱਟੀ ਹੈ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰਾ ਬਖਸ਼ ਲੈ, ਨਾਨਕ ਪਰ ਉਤਾਰ ਦੇ ਮਹਾਵਾਕ ਅਨੁਸਾਰ ਸਦਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਜੀ। ਪਿੱਛੇ ਸਮੂਹ ਸੰਗਤਾਂ, ਰਿਸ਼ਤੇਦਾਰ, ਸੰਬੰਧੀ, ਗੁਰਮੁਖ ਪਿਆਰਿਆਂ ਨੂੰ ਸੱਚੇ ਪਾਤਸ਼ਾਹ ਜੀ ਧਰਵਾਸਾ ਮੰਨਣ ਦਾ, ਹੁਕਮ ਮੰਨਣ ਦਾ ਸੱਚੇ ਪਾਤਸ਼ਾਹ ਬਲ ਬਖਸ਼ਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਕਈ ਦਿਨਾਂ ਤੋਂ ਲੈ ਕੇ ਆਪ ਜੀ ਦੀ ਰੱਬੀ ਬਾਣੀ, ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾ ਕੇ ਬਾਣੀ ਆਦਿ ਤੋਂ ਮੱਧ ਤੋਂ ਅੰਤ ਤੱਕ ਨਿਰਵਿਘਨ ਸੰਪੂਰਨਤਾ ਹੀ ਹੋਈ ਹੈ। ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਸ਼ੁਕਰ ਹੈ। ਸੱਚੇ ਪਾਤਸ਼ਾਹ ਇਸ ਬਾਣੀ ਦਾ ਮਹਾਤਮ ਵਿਛੜੀ ਹੋਈ ਰੂਹ ਨੂੰ ਸਹਾਈ ਕਰਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਭੋਗਾਂ ਦੇ ਸਮੇਂ 'ਤੇ ਸੰਤ ਖਾਲਸਾ ਦਲ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਦਰਬਾਰ ਸਜਾਏ ਗਏ, ਮਨੋਹਰ ਕੀਰਤਨ ਹੋਏ, ਗੁਰਬਾਣੀ ਦੇ ਕਥਾ ਵਿਚਾਰ ਹੋਏ। ਸੱਚੇ ਪਾਤਸ਼ਾਹ ਜੀ ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰੀ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ, ਆਣ ਜਾਣ ਬੱਚੇ ਸਮਝ ਕੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ, ਸੋਧ ਬਖਸ਼ਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਪੜ੍ਹਦਿਆਂ ਸੁਣਦਿਆਂ ਦੇ ਲਾਹੇ ਬੰਦ ਕਰਨਾ, ਹਿਰਦਿਆਂ 'ਤੇ ਵਸਾਉਣਾ, ਸਵਾਸ ਨਾਮ ਜਪਾਉਣਾ, ਸਰਬੱਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਯਾਤਰਾ ਸਫਲੇ ਕਰਨੀ, ਤਿਲਫੁਲ ਭੇਟਾਵਾਂ ਦਰਗਾਹ 'ਚ ਪ੍ਰਵਾਨ ਕਰਨੀ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਸੱਚੇ ਪਾਤਸ਼ਾਹ ਜੀਓ ਤਪਤ ਮੈਂ ਠੰਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਸਾਰੇ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਜੀਓ ਖੁਸ਼ੀਆਂ ਬਖਸ਼ੋ, ਸੁਖ ਬਖਸ਼ੋ। ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਸਹਿਜ ਪਾਠਾਂ ਦੇ ਭੋਗਾਂ ਦੀ ਅਰਦਾਸ, ਆਨੰਦ ਸਾਹਿਬ ਜੀ ਕੀ ਅਰਦਾਸ, ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ। ਅਨੇਕ ਪ੍ਰਕਾਰ ਭੋਜਨ ਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ ਹੋਣ ਲਾਓ ਭੋਗ ਹਰਾਈ। ਆਪ ਜੀ ਕੋ ਭੋਗ ਲਗੇ ਕਲਾ ਆਪ ਜੀ ਕੀ ਵਰਤੇ, ਜੋ ਛਕੇ ਆਪ ਦਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੀ। ਇਸ ਵੇਲੇ ਆਪ ਜੀ ਦੇ ਦਰਗਾਹੀ ਆਲਾਹੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਜੇ ਜੋ ਜੀਵ ਆਪ ਦੇ ਦਰ 'ਤੇ ਆਵੇ ਸਦਾ ਆਨੰਦ ਪ੍ਰਸੰਨ ਜਾਵੇ, ਮਨਵੰਛਿਤ ਫਲ ਪਾਵੇ। ਅੜੇ ਸੋ ਝੜੇ ਸਰਨ ਪਰੇ ਸੋ ਤਰੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਦੁਹਰਾ ਗਿਆ ਭਈ ਅਕਾਲ ਕੇ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੂਚ ਹੈ। ਰਾਜ ਕਰੇਗਾ ਖਾਲਸਾ, ਪਰ ਸਮਰੇਂਗੇ ਉੜਗੀ ਸਫਾ ਮਲੇਸ਼ ਕੇ। ਡਾਂਕਾ ਵਾਜੇ ਫਤਿਹ ਕਾ, ਨਾਨਕ ਗੁਰੂ ਗੋਬਿੰਦ ਸਿੰਘ ਜੀ। ਜਗਮਗ ਜੋਤ ਬਿਰਾਜ ਰਹੇ,
खंडा झांकी हाथ में कलगी सो हमरे रख्या करे गुरु कलगीता वाहिगुरु नाम जहाज है जो शरदा करु सेवंदे वाहिगुरु नाम जहाज है जो शरदा करु सेवंदे गुरु पारे ਗੱਜ ਕੇ ਕਰਾ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਗੁਰੂ ਗ੍ਰੰਥ ਪੰਥ ਦੇ ਮਨ ਨੂੰ ਭਾਵੇ ਸਿਆ ਕਾ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਵਾਹਿਗੁਰੂ ਸਾਹਿਬ ਜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਰਾਣਾ ਰਾਓ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੋ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੋ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹੈ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਰੰਜਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈਆਂ ਸਾਰੀਆਂ ਸੰਗਤਾਂ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜੋ ਕਿ ਦਾਸ ਦੇ ਇੱਕ ਸਿਰ ਦਾ ਸਹਾਰਾ ਵੀ ਸੀ।
ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਮੇਰਾ ਕਿੱਡਾ ਸਹਾਰਾ ਸੀ ਉਹ। ਸਾਰੇ ਨਗਰ ਦੀਆਂ ਸੰਗਤਾਂ ਜਾਣਦੀਆਂ ਹਨ ਕਿ ਕਿੰਨਾ ਸਾਡਾ ਪਿਆਰ ਸੀ। ਜਿਹੜੀ ਇਸ ਇਮਾਰਤ ਦੇ ਵਿੱਚ ਤੁਸੀਂ ਬੈਠੇ ਹੋ, ਇਸ ਇਮਾਰਤ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀ। ਇੰਨਾ ਨਗਰ ਦੇ ਵਿੱਚ ਪਿਆਰ ਬਣਿਆ ਹੋਇਆ ਸੀ, ਸੰਗਤਾਂ ਸਾਰੀਆਂ ਜਾਣਦੀਆਂ ਹਨ ਕਿ ਨਾਲੇ ਸੰਗਤਾਂ ਦੇ ਨਾਲ ਮਖੌਲ ਵੀ ਕਰ ਜਾਣਾ ਅਤੇ ਨਾਲੇ ਜੇਬਾਂ ਦੇ ਵਿੱਚੋਂ ਪੈਸੇ ਵੀ ਕਢਾ ਲੈਣੇ। ਇੰਨਾ ਵੱਡਾ ਪ੍ਰਚਾਰਕ, ਸਾਨੂੰ ਬਹੁਤ ਵੱਡਾ ਘਾਟਾ ਪਿਆ ਉਸ ਦਾ, ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੋ ਮਹਾਂਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧਸਰ ਸਿਉੜਾ ਸਾਹਿਬ ਵਾਲੇ, ਉਹਨਾਂ ਦੇ ਨਾਲ ਸਾਡਾ ਜੋ ਮੇਲ ਕਰਵਾਉਣ ਵਾਲੇ ਵੀ ਇਹੀ ਸਨ, ਕਿਉਂਕਿ ਅਸੀਂ ਪਹਿਲਾਂ ਇਹ ਮਹਾਂਪੁਰਸ਼ਾਂ ਨੂੰ ਜਾਣਦੇ ਵੀ ਨਹੀਂ ਸੀ। ਇਹਨਾਂ ਦੇ ਨਾਲ ਮੇਲ ਕਰਵਾਉਣਾ ਸਾਡਾ ਅਤੇ ਇੰਨਾ ਪਿਆਰ ਬਣਨਾ, ਕਿਉਂਕਿ ਸਾਨੂੰ ਵੀ ਬਾਅਦ ਦੇ ਵਿੱਚੋਂ ਪਤਾ ਲੱਗਿਆ ਸੀ ਕਿ ਸਾਡੇ ਜੋ ਬਜ਼ੁਰਗ ਸਨ ਅਤੇ ਮਹਾਂਪੁਰਸ਼ ਇੱਕ ਗੁਰਭਰਾਤਾ ਸਨ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਕੋਲੋਂ ਅਤੇ ਸ਼੍ਰੀਮਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ, ਉਹਨਾਂ ਦੇ ਕੋਲੋਂ ਇਕੱਠੇ ਵਿੱਦਿਆ ਲਈ ਅਤੇ ਉਹ ਮਹਾਂਪੁਰਸ਼ਾਂ ਨੇ ਸਾਡੇ ਬਜ਼ੁਰਗਾਂ ਦਾ ਇੰਨਾ ਸਤਿਕਾਰ ਕੀਤਾ ਜਿੰਨਾ ਵੀ ਕਹਿ ਦਈਏ। ਸੋ ਅਸੀਂ ਉਹਨਾਂ ਦੇ ਰਿਣੀ ਹਾਂ। ਸੋ ਆਪ ਸਾਰੀਆਂ ਸੰਗਤਾਂ ਜੋ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ, ਉਹਨਾਂ ਦੇ ਵੱਡੇ ਭਰਾਤਾ ਭਾਈ ਜਸਵੰਤ ਸਿੰਘ ਜੀ ਵੀ ਪਹੁੰਚੇ ਹਨ, ਹੋਰ ਵੀ ਸੰਗਤਾਂ ਪਹੁੰਚੀਆਂ ਹਨ, ਉਹਨਾਂ ਦੇ ਚਾਚੇ ਤਾਇਆਂ ਦੇ ਲੜਕੇ ਉਹ ਵੀ ਪਹੁੰਚੇ ਹਨ, ਭਾਈ ਸਾਹਿਬ ਭਾਈ ਨਿਰਭੈ ਸਿੰਘ ਜੀ, ਬਾਬਾ ਸਿੰਘ ਜੀ, ਹੋਰ ਸੰਗਤਾਂ ਬਹੁਤ ਪਹੁੰਚੀਆਂ ਹਨ। ਮਹਾਂਪੁਰਸ਼ ਬਾਬਾ ਮਨਪ੍ਰੀਤ ਸਿੰਘ ਜੀ ਉਹ ਵੀ ਹਾਜ਼ਰੀ ਲਵਾ ਗਏ ਹਨ। ਬਮਾਲ ਤੋਂ ਗ੍ਰੰਥੀ ਸਿੰਘ ਉਹ ਵੀ ਹਾਜ਼ਰੀ ਲਵਾ ਗਏ ਹਨ, ਜੋ ਕਿ ਜਥਾ ਰੋੜੇਵਾਲ ਸਾਹਿਬ ਤੋਂ ਮਹਾਂਪੁਰਸ਼ਾਂ ਨੇ ਭੇਜਿਆ ਹੈ। ਉਹਨਾਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਇੱਥੇ ਹਾਜ਼ਰੀ ਲਵਾਈ ਹੈ। ਸੋ ਮੈਂ ਬੇਨਤੀ ਕਰਦਾ ਹਾਂ ਉਹਨਾਂ ਦੇ ਸਤਿਕਾਰਯੋਗ ਭਰਾਤਾ ਭਾਈ ਸਾਹਿਬ ਭਾਈ ਨਿਰਭੈ ਸਿੰਘ ਜੀ, ਉਹ ਵੀ 2 ਮਿੰਟਾਂ ਲਈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਉਹਨਾਂ ਦੇ ਜੀਵਨ ਬਾਰੇ ਜੋ ਹੈ ਉਹ ਵੀ ਆਪਾਂ ਨੂੰ ਝਾਤ ਮਰਵਾਉਣਗੇ। ਭਾਈ ਸਾਹਿਬ ਭਾਈ ਨਿਰਭੈ ਸਿੰਘ ਜੀ। ਬਸੋੜਾ ਸੁਣੇ ਦੁੱਖ ਬਿਨ ਡਿੱਠੇ ਮਰੀ ਓਧ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਧ, ਓੜਕ ਨਿਭਹੀ ਪ੍ਰੀਤ ਆਪਣੇ ਸੇਵਕ ਦੀ। ਸਾਧ ਸੰਗਤ, ਮਹਾਂਪੁਰਸ਼ ਕਈ ਵਾਰ ਬੋਲ ਜਾਣ ਤੇ ਵੀ ਸੰਨ ਰਾਹ ਤੇ ਪਾਉਣੀ ਸੌਖੀ ਹੈ, ਬਖਸ਼ੀਸ਼ ਕਰਾਉਣੀ ਔਖੀ ਹੈ। ਲਾਹ ਲੈਣੀ ਸੌਖੀ ਹੈ, ਪਰ ਓੜ ਨਿਭਾਉਣੀ ਔਖੀ ਹੈ। ਸਾਧ ਸੰਗਤ, ਸਾਡੇ ਤਾਇਆ ਜੀ ਦੇ ਲੜਕੇ ਸੀ ਭਾਈ ਨਿਰਮਲ ਸਿੰਘ। ਸੰਤ ਮਹਾਰਾਜ ਦੇ ਸੱਚਖੰਡ ਤੋਂ ਜਾਣ ਤੋਂ ਬਾਅਦ ਹੁਣ ਉਹ ਰੋੜੇਵਾਲ ਸਾਹਿਬ ਦੇ ਹਜ਼ੂਰੀ ਜਥੇ ਦੇ ਜਥੇਦਾਰ ਸਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਦੇ ਚਰਨਾਂ 'ਚ ਲਾ ਕੇ ਆਪਣੇ ਜਿੰਨੀ ਸਾਹਸ ਤੇ ਸਾਰੇ ਉਹਨਾਂ ਦੇ ਚਰਨਾਂ ਵਿੱਚ ਲਾ ਕੇ ਆਪਣੇ ਪ੍ਰਲੋਕ ਨੂੰ ਚਲੇ ਗਏ। ਉਹਨਾਂ ਦਾ ਸਿਰਫ ਪਿਆਰ ਉਹਦਾ ਕੀ ਸੀ, 2 ਥਾਵਾਂ 'ਤੇ ਜ਼ਿਆਦਾ ਪਿਆਰ ਸੀ। ਇੱਕ ਤਾਂ ਇਹ ਚਤਰ ਸਿੰਘ ਨੇ ਭਾਈ ਨੇ ਦੱਸਿਆ ਵੀ ਮੇਰੇ ਵੱਡੇ ਭਰਾਤਾ ਸੀਗੇ। ਉਹਦਾ ਇਹ ਸੀਗਾ, ਇਹਨਾਂ ਦੇ ਪਿਤਾ ਜੀ ਸੰਤ ਰਾਮ ਸਿੰਘ ਜੀ ਮਹਾਕਾਲ, ਜਿਨ੍ਹਾਂ ਨੇ ਮਹਾਰਾਜ ਜੀ ਨਾਲ ਇਕੱਠੇ ਵਿੱਦਿਆ ਪ੍ਰਾਪਤ ਕੀਤੀ ਸੀ, ਪਿੰਡਰਾਲੀ ਟਕਸਾਲ ਤੋਂ ਸੰਤ ਗੁਰਬਚਨ ਸਿੰਘ ਤੋਂ। ਅਤੇ ਉਸ ਟਾਈਮ ਮਹਾਂਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਉਹ ਵੀ ਹੈੱਡ ਜਥੇਦਾਰ ਸਨ ਦਮਦਮੀ ਟਕਸਾਲ ਦੇ। ਅਤੇ ਜਾਂ ਤਾਂ ਇੱਥੇ ਪਿਆਰ ਸੀ ਜਾਂ ਫਿਰ ਮਹਾਂਪੁਰਸ਼ਾਂ ਨਾਲ ਸਾਰੀ ਜ਼ਿੰਦਗੀ ਲਾਤੀ। ਮਹਾਰਾਜ ਕਹਿੰਦੇ ਹੁੰਦੇ ਵੀ ਬਸੋੜਾ ਕਿਸੇ ਦੇ ਪੇਸ ਨਾ ਆਵੇ, ਕੰਤ ਕਿਸੇ ਦਾ ਪ੍ਰਦੇਸ਼ ਨਾ ਆਵੇ। ਕਹਿ ਵੀ ਹੱਦ ਪ੍ਰੇਮ ਬਸੋੜੇ ਦੀ ਕੌਣ ਲਿਖੇ, ਸਿਰਫ ਜਾਣਦੇ ਪ੍ਰੇਮ ਦੇ ਰਸੀਏ ਜੀ,
ਪੁੱਛ ਚੰਦ ਦੀ ਪ੍ਰੀਤ ਚਕੋਰ ਕੋਲੋਂ, ਕਿਵੇਂ ਸਮਾਂ ਪਤੰਗ ਦੀ ਦੱਸੀਏ ਜੀ, ਵਿਛੜਵਾਜ ਪਿਆਰੇ ਤੋਂ ਤੜਫ ਮੂਏ, ਅਸੀਂ ਸੱਸੀ ਪੁੰਨੂ ਥਾਈ ਹੱਸੀਏ ਜੀ, ਰਮਜ ਪ੍ਰੇਮ ਦੀ ਉਹ ਕਰਤਾਰ ਸਿੰਘਾ, ਹੈਣ ਜਾਣਦੇ ਜਿਨ੍ਹਾਂ ਵਿੱਚ ਤਸੀਏ ਜੀ। ਸਾਧ ਸੰਗਤ ਬੜੀ ਹੈ ਗਿਆਨੀ ਈਸਰ ਸਿੰਘ ਧੂਰੀ, ਧਾਰਨਾ ਵੀ ਲੱਖਾਂ ਤੇ ਕਰੋੜਾਂ ਵਾਲੇ ਖਾਲੀ ਹੱਥੀ ਜਾਂਦੇ ਦੇਖੇ ਨੇ। ਇਹ ਗੱਲ ਤੋਂ ਮੇਰੇ ਥੋੜ੍ਹੀ ਜਿਹੀ ਗੱਲ ਯਾਦ ਆ ਗਈ ਬਾਦਸ਼ਾਹ ਸਿਕੰਦਰ ਦੀ। ਸਿਕੰਦਰ ਬਾਦਸ਼ਾਹ ਦੇ ਮਨ 'ਚ ਖਿਆਲ ਆਇਆ ਵੀ ਮੈਂ ਆਲ ਵਰਲਡ ਨੂੰ ਜਿੱਤਣਾ ਹੈ। ਤਾਂ ਉਹਨੇ ਸੋਚਿਆ ਵੀ ਕਿਸ ਤਰ੍ਹਾਂ ਜਿੱਤਿਆ ਜਾਵੇ। ਇੱਕ ਜਗ੍ਹਾ ਤੇ ਚਲਿਆ ਗਿਆ, ਬੜੀ ਰਮਣੀਕ ਜਗ੍ਹਾ ਸੀ। ਉੱਥੇ ਇੱਕ ਸਾਧੂ ਬੈਠਾ ਸੀ। ਉਹ ਸਾਧੂ ਬੈਠਾ ਬੈਠਾ ਉਪਰਾਮ ਹੋ ਗਿਆ ਵੀ ਚਲੋ ਵੀ ਤਰਾਗੀਏ ਸਾਧੂਆਂ ਦੇ ਦਰਸ਼ਨ ਕਰ ਆਈਏ, ਚੱਲੀਏ ਇੱਥੋਂ। ਤਾਂ ਉਹਨੇ ਇੱਕ ਸਲੇਟ ਲਈ, ਉਹ ਸਲੇਟ ਤੇ ਲਿਖ ਗਿਆ ਵੀ ਇਨਸਾਨ ਜੋ ਚਾਹੇ ਸੋ ਕਰ ਸਕਦਾ। ਇਹ ਮੇਰੇ ਮਹਾਂਪੁਰਸ਼ਾਂ ਨੇ ਬਚਨ ਸੁਣਾਏ ਨਗਰ ਬੇਰੜਾ ਭਾਈ ਜਾਗ ਸਿੰਘ ਦੇ ਘਰ। ਤੇ ਉਹ ਚਲਿਆ ਗਿਆ ਲਿਖ ਕੇ। ਦੂਸਰਾ ਸਾਧੂ ਉੱਥੇ ਹੋਰ ਆ ਗਿਆ। ਉਹਨੇ ਉਸ ਸਲੇਟ ਤੋਂ ਜਦੋਂ ਲਾਈਨ ਪੜ੍ਹੀ ਵੀ ਇਨਸਾਨ ਜੋ ਚਾਹੇ ਸੋ ਕਰ ਸਕਦਾ ਹੈ, ਉਹਨੇ ਦੂਸਰੀ ਲਾਈਨ ਲਿਖਤੀ, ਕਹਿੰਦਾ ਪਰ ਲਗਨ ਹੋਵੇ। ਚਲੋ ਉਹ ਵੀ ਉੱਥੋਂ ਚਲੇ ਗਿਆ। ਤੀਸਰਾ ਸਾਧੂ ਫੇਰ ਆ ਗਿਆ। ਉਹ ਸਾਧੂ ਨੇ ਦੋਨੇ ਲਾਈਨਾਂ ਪੜ੍ਹੀਆਂ, ਪੜ੍ਹ ਕੇ ਤੀਸਰੀ ਲਾਈਨ ਉਹ ਲਿਖ ਗਿਆ, ਕਹਿੰਦਾ ਇਨਸਾਨ ਜੋ ਚਾਹੇ ਕਰ ਸਕਦਾ ਹੈ, ਲਗਨ ਵੀ ਹੋਵੇ, ਪਰ ਕਹਿੰਦੇ ਕਮਾਈ ਕਰੇ, ਪਿੱਛੇ ਮੁੜ ਕੇ ਨਾ ਦੇਖੀ ਚੱਲੇ, ਕਹਿੰਦੇ ਕਰ ਸਕਦਾ। ਇੱਕ ਸਾਧੂ ਹੋਰ ਆ ਗਿਆ ਚੌਥਾ। ਤਾਂ ਬਾਦਸ਼ਾਹ ਸਿਕੰਦਰ ਉਹਨਾਂ ਦੇ ਚਰਨਾਂ ਚਲਿਆ ਗਿਆ। ਉਹ ਸਾਧੂ ਨੂੰ ਬੇਨਤੀ ਕੀਤੀ, ਕਹਿੰਦਾ ਵੀ ਮੈਂ ਦੁਨੀਆ ਨੂੰ ਜਿੱਤਣਾ, ਕਿਸ ਤਰ੍ਹਾਂ ਜਿੱਤਿਆ ਜਾਊ। ਉਹ ਕਹਿੰਦੇ ਆ ਸਲੇਟ ਤੋਂ ਇੱਕ ਵਚਨੇ ਪਗਾ ਲੈ। ਜਦ ਉਹਨੇ ਦੇਖਿਆ ਤਿੰਨੇ ਲੈਣਾ ਪੜ੍ਹੀਆਂ, ਪੜ੍ਹ ਕੇ ਉਹ ਚੱਲ ਪਿਆ। ਉਹਨੇ ਸਾਰਾ ਹਿੰਦੁਸਤਾਨ ਜਿੱਤਿਆ, ਇੱਕ ਹੀਰਾ ਪ੍ਰਾਪਤ ਕੀਤਾ। ਉਹ ਹੀਰੇ ਦੀ ਕੀਮਤ ਆਲ ਵਰਲਡ ਨੂੰ ਜਿੱਤਣ ਵਾਲੀ ਸੀ। ਇੱਥੋਂ ਜਿੱਤਦਾ ਜਿੱਤਦਾ ਈਰਾਨ ਇਰਾਕ ਚਲਿਆ ਗਿਆ। ਇਰਾਕ ਦੇ ਬਾਦਸ਼ਾਹ ਨੇ ਇੱਕ ਸੰਦੂਖੜੀ ਭੇਟਾ ਕੀਤੀ ਉਹਨੂੰ। ਤਾਂ ਉਹਦੇ ਮੰਤਰੀ ਕਹਿਣ ਲੱਗੇ, ਕਹਿੰਦੇ ਇਹ ਤੂੰ ਮਖੌਲ ਕਰਨ ਲੱਗਿਆ ਸਾਡੇ ਬਾਦਸ਼ਾਹ ਨਾਲ। ਕਹਿੰਦੇ ਨਹੀਂ। ਤਾਂ ਨਾਲ ਪਾਰਖੂ ਵੀ ਰੱਖੇ ਹੋਏ ਸੀ। ਉਹ ਜਦ ਪਾਰਖੂਆਂ ਤੋਂ ਉਹਨੇ ਪਰਖ ਕਰਾਈ, ਕੀ ਦੇਖਿਆ, ਉਹ ਸੰਦੂਖੜੀ ਤੇ ਇੱਕ ਇੱਕ ਹੀਰਾ ਜਿਹੜਾ ਲੱਗਿਆ ਹੋਇਆ ਸੀ, ਉਹਦੀ ਇੰਨੀ ਕੀਮਤ ਸੀ ਵੀ ਆਲ ਵਰਲਡ ਨੂੰ ਇੱਕ ਇੱਕ ਹੀਰੇ ਦੀ ਕੀਮਤ ਜਿੱਤਣ ਵਾਲੀ ਸੀ। ਤਾਂ ਉਹਨੇ ਇਰਾਕ ਦੇ ਬਾਦਸ਼ਾਹ ਨੂੰ ਕੁਰਸੀ ਦਿੱਤੀ ਆਪਣੇ ਬਰਾਬਰ ਤੇ ਪ੍ਰਸ਼ਨ ਕੀਤਾ, ਪੁੱਛਿਆ, ਕਹਿੰਦਾ ਵੀ ਦੱਸੋ ਸੰਗਤੇ, ਮੈਂ ਆਹ ਸੰਦੂਖੜੀ 'ਚ ਕੀ ਪਾਉਣਾ ਹੈ। ਕਿਸੇ ਨੇ ਕੁਛ ਕਹਿਤਾ, ਕਿਸੇ ਨੇ ਕੁਛ ਕਹਿਤਾ, ਜਿਹੀ ਜੀ ਆਪ ਆਪਣੀ ਬੁੱਧ ਹੈ ਜੇਤੀ। ਤਾਂ ਬਾਦਸ਼ਾਹ ਸਿਕੰਦਰ ਕਹਿਣ ਲੱਗਿਆ, ਕਹਿੰਦਾ ਮੈਂ ਇਹ ਸੰਦੂਖੜੀ ਦੇ ਵਿੱਚ ਉਹ ਸਾਧੂ ਦੇ ਬਚਨ ਪਾਉਣੇ ਨੇ ਜਿਹਦੇ ਨਾਲ ਮੈਂ ਆਲ ਵਰਲਡ ਜਿੱਤਿਆ। ਚਲੇ ਗਏ। ਸਾਡੇ ਚੋਂ ਮੇਰੇ ਗੁਰਦੇਵ ਪਿਤਾ ਸੰਤ ਬਾਬਾ ਬਲਵੰਤ ਸਿੰਘ ਜੀ ਵੀ ਚਲੇ ਗਏ, ਭਾਈ ਨਿਰਮਲ ਸਿੰਘ ਵੀ ਚਲਿਆ ਗਿਆ। ਚਲੇ ਅਸੀਂ ਵੀ ਜਾਣਾ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਤੀ। ਸਾਧ ਸੰਗਤ ਪਰ ਦੇਖਣਾ ਤਾਂ ਅਸੀਂ ਇਹ ਹੈ ਵੀ ਅਸੀਂ ਜਿੱਤ ਹਾਰ ਦੀ ਬਾਜੀ ਹੈ ਵੀ ਕੀ ਪ੍ਰਾਪਤ ਕਰਕੇ ਗਿਆ। ਨਿਰਮਲ ਸਿੰਘ ਜੀ ਜਥੇਦਾਰ ਆਪਣਾ ਜੀਵਨ ਸਫਲਾ ਕਰਕੇ ਚਲਿਆ ਗਿਆ। ਮੈਂ ਕਹਿੰਦਾ ਵੀ ਕੋਈ ਵੀ ਜਿਹੜੀ ਭਾਈ ਸਾਹਿਬ ਨੇ ਕਿਹਾ ਕਿ ਨਾ ਬਈ ਗੁਲਾਬ ਸਿੰਘ ਨੇ ਬਈ ਮੈਂ ਇੱਥੇ ਵੀ ਉੱਥੇ ਵੀ, ਬਿਲਕੁਲ ਅਟਲ ਸੱਚਾਈ ਹੈ। ਸੰਤ ਕਿਰਪਾ ਤੇ ਜਮਤੇ ਸੁਟਾ ਵਾਲੀ ਗੱਲ ਹੈ। ਕਰੋੜ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮਤੇ ਸੁਟੈ। ਬਿਲਕੁਲ ਕੋਈ ਖਤਰਾ ਨਹੀਂ ਅੱਗੇ। ਸਾਧ ਸੰਗਤ ਉੱਥੋਂ ਜਿੱਤ ਕੇ ਸਿਕੰਦਰ ਆਬਿਆਤ ਦੇ ਚਸ਼ਮੇ ਤੇ ਆ ਬੈਠਿਆ। ਉਹਦੇ ਮਨ 'ਚ ਸੰਕਲਪ ਹੋਇਆ ਵੀ ਮੈਂ ਇੰਦਰਾਪੁਰੀ ਨੂੰ ਵੀ ਜਿੱਤਾਂ।
ਇੰਦਰ ਨੂੰ ਖਤਰਾ ਹੋ ਗਿਆ ਵੀ ਇਹ ਮੇਰਾ ਰਾਜ ਵੀ ਜਿੱਤੂ। ਤਾਂ ਇੰਦਰ ਨੇ ਇੱਕ ਅਪੱਛਰਾ ਭੇਜੀ ਵੀ ਉਹਨੂੰ ਰੋਕ। ਉਹਨੇ ਆਪਣਾ ਗਿਰਝ ਦਾ ਰੂਪ ਧਾਰਿਆ, ਆ ਕੇ ਬਾਦਸ਼ਾਹ ਜੇ ਉਂਜਲ ਭਰ ਰਿਹਾ ਇਹ ਆਵ ਹੈ ਦੇ ਚਸ਼ਮੇ ਤੋਂ। ਤਾਂ ਬਾਦਸ਼ਾਹ ਨੂੰ ਕਹਿੰਦੀ, ਬਾਦਸ਼ਾਹ ਕੀ ਕਰਨ ਲੱਗਿਆ ਤੂੰ, ਇਹ ਕੀ ਕਰਦਾ? ਕਹਿੰਦੀ ਮੈਂ ਇੱਕ ਚੁੰਝ ਭਰੀ ਸੀ, ਮੇਰੇ ਸਰੀਰ ਤੇ ਕੋੜ ਪੀਕ ਹੋ ਗਿਆ, ਮੈਂ ਗਿਰਝ ਬਣ ਗਈ। ਉਹ ਬਾਦਸ਼ਾਹ ਨੇ ਜਦੋਂ ਉਹ ਉਂਜਲ ਢੋਲਤਾ, ਕਹਿ ਵੀ ਸ਼ਾਹ ਸਿਕੰਦਰ ਭਾਲੇ ਆਵੇ ਹੱਥ ਨੂੰ, ਵਿੱਚ ਪਹਾੜਾ ਫਿਰਦਾ ਦਿਨ ਤੇ ਰਾਤ ਨੂੰ, ਮੁੜਨਾ ਪਿਆਲਾ ਪੀਤਾ ਆਪਣੇ ਦਸਤ ਪਰ, ਕੌਣ ਸਾਹਿਬ ਨੂੰ ਆਖੇ ਵਜੀਦਾ ਇਉਂ ਨਹੀਂ ਇੰਜ ਕਰ। ਸਮਾਂ ਫਿਰ ਆਖਰੀ ਵੀ ਆ ਗਿਆ। ਆਖਰੀ ਸਮੇਂ ਤੇ ਸਿਕੰਦਰ ਕਹਿ ਰਿਹਾ ਕਹਿੰਦਾ ਸਿਹਤ ਔਖੀ ਹੈ, ਇੱਥੇ ਵੀ ਆਊ ਭਾਈ ਨਿਰਮਲ ਸਿੰਘ ਤੇ ਵੀ। ਕਹਿੰਦਾ ਵੀ ਵੈਦ ਹਕੀਮਾਂ ਨੂੰ ਬੁਲਾਓ। ਵੈਦ ਹਕੀਮ ਬੁਲਾ ਲਏ। ਜਦ ਉਹਨਾਂ ਨੇ ਦੇਖਿਆ ਸਿਹਤ ਉਹਦੀ, ਕਹਿੰਦੇ ਵੀ ਹੁਣ ਆਖਰੀ ਸਮਾਂ ਆ ਗਿਆ, ਹੁਣੇ ਬਚ ਨਹੀਂ ਸਕਦਾ। ਸਿਕੰਦਰ ਨੂੰ ਪੁੱਛਿਆ, ਕਹਿੰਦੇ ਤੇਰੀ ਖੁਆਇਸ਼ ਆਖਰੀ ਕੀ ਹੈ, ਸਮਾਂ ਤੇਰਾ ਨੇੜੇ ਆ ਗਿਆ। ਕਹਿੰਦਾ ਮੇਰੀ ਮਾਂ ਨੂੰ ਬੁਲਾ ਦਿਓ। ਮਾਂ ਨੂੰ ਸੁਨੇਹਾ ਦਿੱਤਾ, ਪਰ ਮਾਂ ਦੇ ਪਹੁੰਚਣ ਤੋਂ ਪਹਿਲਾਂ ਉਹ ਦਮ ਤੋੜ ਗਿਆ। ਕਹਿੰਦੇ ਸਿਕੰਦਰ ਦੀ ਮਾਂ ਸਿਕੰਦਰ ਦੀ ਪੁੱਛਦੀ ਫਿਰਦੀ ਵਿਹੜੇ ਵਿਹੜੇ। ਤਾਂ ਜਵਾਬ ਦੇਣ ਵਾਲੇ ਨੇ ਜਵਾਬ ਦਿੱਤਾ, ਕਹਿੰਦੇ ਮਾਂ ਕਿਹੜੇ ਸਿਕੰਦਰ ਨੂੰ ਪੁੱਛਦੀ ਐ, ਇੱਥੇ ਲੱਖਾਂ ਹੀ ਸਿਕੰਦਰ ਹੋ ਗੁਜਰੇ। ਕਹਿੰਦੇ ਕੋਈ ਸਿਕੰਦਰ ਨਹੀਂ, ਪਰ ਸਾਧ ਸੰਗਤ ਮੈਂ ਆਹ ਦਰਗਾਹ 'ਚ ਖੜਾ ਗੁਰੂ ਗ੍ਰੰਥ ਸਾਹਿਬ ਦੀ 'ਚ, ਜਿਹੜੀ ਭਾਈ ਸਾਹਿਬ ਨੇ ਕਹੀ ਹੈ ਕਿ ਨਾ ਵੀ ਇੱਥੇ ਵੀ ਉੱਥੇ ਵੀ ਰਖਵਾਲੇ ਅਸੀਂ। ਇੱਕ ਵਾਰ ਦੀ ਖੇਡ ਮਹਾਂਪੁਰਸ਼ਾਂ ਨੇ ਦਾਸ ਨੂੰ ਦਿਖਾਈ। 4 ਸਵਾਲ ਕਰਦੇ ਹੁੰਦੇ, ਕਹਿੰਦੇ ਕਿੱਥੋਂ ਆਇਆ, ਕਹਿ ਗਿਆ, ਕਹਿਣਾ ਸੀ ਉਹ ਕਹਿ ਸੀ। ਕਹਿੰਦੇ ਅਜੀਬ ਕਿੱਥੋਂ ਆਇਆ, ਕਿੱਥੇ ਇਹਨੇ ਜਾਣਾ, ਇਹਦਾ ਕੋਈ ਪਤਾ ਨਹੀਂ। ਤਾਂ ਮਹਾਰਾਜ ਜੀ ਨੇ ਕੀ ਖੇਡ ਦਿਖਾਈ? ਕਹਿੰਦੇ ਜਦੋਂ ਇਹ ਸਰੀਰ ਚੋਂ ਆਤਮਾ ਨਿਕਲਦੀ ਹੈ, ਇਹਦਾ 1.25 ਇੰਚ ਦਾ ਆਕਾਰ ਹੁੰਦਾ ਹੈ। ਜਦੋਂ ਧਰਮਰਾਜ ਦੀ ਕਚਹਿਰੀ 'ਚ ਪਹੁੰਚਦੀ ਹੈ, ਉੱਥੇ ਪੂਰਾ ਸਰੀਰ ਸਾਬਤ ਹੋ ਜਾਂਦਾ ਹੈ। ਧਰਮਰਾਜ ਜੀ ਕੁਰਸੀ ਤੇ ਬੈਠੇ ਹੈ ਤੇ ਸੰਗਤ ਦੀ ਇਸ ਤਰ੍ਹਾਂ ਲਾਈਨ ਲੱਗੀ ਹੋਈ ਹੈ, ਲੇਖੇ ਹੋ ਰਹੇ ਨੇ। ਕਹਿੰਦੇ ਨੇ ਕਿ ਨਾ ਆਮ ਸਾਡੇ ਪੜ੍ਹੇ ਲਿਖੇ ਮਰਨ ਤੋਂ ਬਾਅਦ ਕੁਛ ਨਹੀਂ, ਪਰ ਸਭ ਕੁਛ ਹੈ। ਨਾਨਕ ਆਖੈ ਰੇਮ ਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ। ਉਹ ਬਹੀ ਕੱਢੀ ਬੈਠੇ ਨੇ ਧਰਮਰਾਜ ਜੀ, ਹਿਸਾਬ ਕਿਤਾਬ ਹੋ ਰਹੇ ਨੇ। ਮੇਰੇ ਗੁਰਦੇਵ ਪਿਤਾ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਇੱਕ ਖੂੰਜੇ ਤੇ ਸਿਟੀ ਲਈ ਬੈਠੇ ਨੇ, ਖੜੇ ਨੇ। ਜਿਹੜਾ ਉਹਨਾਂ ਦਾ ਸੇਵਕ ਆਉਂਦਾ ਹੈ ਉਹ ਤੇ ਸਿਟੀ ਧਰ ਦਿੰਦੇ ਨੇ, ਚਲੋ ਅੱਗੇ ਲੰਘਾਉਂਦੇ ਨੇ। ਜਿਹੜਾ ਨਹੀਂ ਬਣਿਆ ਤਾਂ ਨਹੀਂ ਬਣਿਆ। ਉੱਥੇ ਵਚਨ ਕੀਤਾ ਮਹਾਰਾਜ ਜੀ ਨੇ, ਕਹਿੰਦੇ ਨਿਰਭੈ, ਕਹਿੰਦੇ ਆਖਰਕ ਸਮੇਂ ਜਿੱਥੇ ਜੀਵ ਨੇ ਆਉਣਾ, ਜਿੱਥੇ ਹਿਸਾਬ ਕਿਤਾਬ ਹੋਣੇ ਨੇ, ਜਿੱਥੋਂ ਅਸੀਂ ਛਡਾਉਣਾ ਜਮਾਂ ਦੀ ਪੁਰੀ ਤੋਂ। ਵੀ ਕਿੰਨੀਆਂ ਕੁ ਕਰੀ ਜਾਈਏ, ਵੀ ਜਿਨ੍ਹਾਂ ਕੋਲ ਆਪਣਾ ਦਿਲਦਾਰ ਹੈ ਨਹੀਂ, ਜਿਨ੍ਹਾਂ ਕੋਲ ਆਪਣਾ ਦਿਲਦਾਰ ਹੈ ਨਹੀਂ, ਉਹਨੂੰ ਰੁੱਤ ਸੁਹਾਨੀ ਦਾ ਕੀ ਫਾਇਦਾ। ਜਿਹਦਾ ਆਪਣਾ ਦਿਲ ਦਲਗੀਰ ਰਹਿੰਦਾ, ਉਹਨੂੰ ਖੁਸ਼ੀ ਬਗਾਨੀ ਦਾ ਕੀ ਫਾਇਦਾ। ਜਿਹਦੀ ਯਾਦ ਸਤਾਵੇ ਹਰ ਵੇਲੇ, ਉਹਦੀ ਦਿੱਤੀ ਨਿਸ਼ਾਨੀ ਦਾ ਕੀ ਫਾਇਦਾ। ਜਾਵੇ ਮਿਲ ਕੇ ਬਿਸਰ ਦਰਬਾਰ ਸਿੰਘਾ, ਦੱਸੋ ਉਸ ਦਿਲ ਜਾਨੀ ਦਾ ਕੀ ਫਾਇਦਾ, ਦੱਸੋ ਉਸ ਦਿਲ ਜਾਨੀ ਦਾ ਕੀ ਫਾਇਦਾ। ਠੀਕ ਹੈ ਵੀ ਸਾਡੇ ਚੋਂ ਭਾਈ ਨਿਰਮਲ ਸਿੰਘ ਚਲੇ ਗਏ, ਸਾਨੂੰ ਬਹੁਤ ਵੱਡਾ ਘਾਟਾ ਪਿਆ, ਪਰ ਠੀਕ ਹੈ ਵੀ ਮਰਨਾ ਜਿਹੜਾ। ਉੱਥੇ ਇੱਕ ਗੱਲ ਮੇਰੇ ਥੋੜੀ ਜਿਹੀ ਰਹਿ ਗਈ ਸੀ, ਕਹਿੰਦੇ ਸਿਕੰਦਰ ਨੇ ਮਰਨ ਤੋਂ ਪਹਿਲਾਂ 3 ਗੱਲਾਂ ਕਹੀਆਂ। ਉਹ ਕਿਹੜੀਆਂ ਕਿਹੜੀਆਂ? ਕਹਿੰਦਾ ਇੱਕ ਤਾਂ ਜਦੋਂ ਮੇਰਾ ਜਨਾਜ਼ਾ ਨਿਕਲੇ ਮੇਰੇ ਹੱਥ ਹਰਥੀ ਤੋਂ ਬਾਹਰ ਕਰ ਦਿਓ। ਦੂਸਰੀ ਗੱਲ ਉਹਨੇ ਇਹ ਕਹੀ ਵੀ ਜਿਹੜੇ ਵੈਦ ਹਕੀਮ ਇੱਥੇ ਭਾਈ ਨਿਰਮਲ ਸਿੰਘ ਤੇ ਵੀ ਆਇਆ ਸੀ ਕਿ ਨਾ ਡਾਕਟਰ 12 ਵਜੇ, ਪਰ
ਕਿਹਾ ਵੀ ਉਹਨੇ, ਕਹਿੰਦਾ ਡਾਕਟਰ ਸਾਹਿਬ ਬਹੁਤ ਸਰੀਰ ਔਖਾ ਹੈ, ਹੁਣ ਸਮਾਂ ਹੈ, ਸਾਂਭ ਲਓ। ਪਰ ਕਹਿੰਦਾ ਕੋਈ ਨਹੀਂ, ਸਵੇਰੇ ਤੇਰੇ ਟੈਸਟ ਕਰਾਵਾਂਗੇ, ਸਾਰਾ ਤੈਨੂੰ ਕਰਾਂਗੇ ਠੀਕ ਬਿਲਕੁਲ, ਇੰਜੈਕਸ਼ਨ ਕਰਿਆ ਵੀ, ਪਰ ਸਮਾਂ ਨਹੀਂ ਸੀ। ਕਹਿੰਦਾ ਜਿਹੜਾ ਮੇਰੀ ਆਰਥੀ ਨੂੰ ਮੋਢਾ ਲਾਉਣ, ਉਹ ਇਹ ਜਿੰਨੇ ਵੈਦ ਹਕੀਮ ਨੇ ਇਹ ਲਾਉਣ। ਤੀਸਰਾ ਬਚਨ ਇਹ ਕੀਤਾ ਉਹਨੇ, ਕਹਿੰਦਾ ਵੀ ਜਿੰਨਾ ਮੇਰਾ ਖਜ਼ਾਨਾ ਹੈ, ਕਹਿਆ ਕਹਿੰਦਾ ਵੀ ਖਾਲੀ ਹੱਥ ਜਾਂਦੇ ਦੇਖੇ ਨੇ, ਜਿਹੜਾ ਖਜ਼ਾਨਾ ਕਹਿੰਦਾ ਸਾਰਾ ਮੇਰੀ ਮੰਜ਼ਲ ਦੇ ਮੂਹਰੇ ਖੜਿਆ ਦਿਓ। ਸਾਧ ਸੰਗਤ ਬਈ ਐਸੇ ਵੀ ਦੁਨੀਆ ਦੀ ਜਿੱਤਣ ਵਾਲੇ ਵੀ ਖਾਲੀ ਹੱਥ ਗਏ ਨੇ, ਨਾਂਗੇ ਆਏ ਨਾਂਗੇ ਜਾਣਾ, ਕੋਈ ਨਾ ਰਹਿਸੀ ਰਾਜਾ ਰਾਣਾ, ਕਿਸੇ ਨੇ ਇੱਥੇ ਰਹਿਣਾ ਨਹੀਂ। ਪਰ ਮੈਂ ਕਹਿੰਦਾ ਵੀ ਜਿਹੜਾ ਸਾਧੂਆਂ ਦੀ ਸੰਗਤ ਕਰ ਲੂ ਔਰ ਨਾਮ ਜਪ ਲੂ, ਉਹ ਆਪਣਾ ਜੀਵਨ ਸਫਲ ਕਰਕੇ ਜਾਊਗਾ ਇੱਥੋਂ, ਨਹੀਂ ਤਾਂ ਕੋਈ ਫਾਇਦਾ ਨਹੀਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇੰਨੀਆਂ ਕੁ ਬੇਨਤੀਆਂ ਕਰਦਾ ਮੈਂ ਭਾਈ ਨਿਰਮਲ ਸਿੰਘ ਨੂੰ ਕਾਹਦੀ ਸ਼ਰਧਾਂਜਲੀ ਦੇਵਾਂ। ਮੈਂ ਕਹਿੰਦਾ ਮਹਾਰਾਜ ਜੀ ਨੇ ਆਏ ਬੁੱਕਲ 'ਚ ਲਈ ਬੈਠੇ ਨੇ, ਭਾਈ ਚਾਤਰ ਸਿਓ ਤੁਹਾਡੇ ਸਾਹਮਣੇ ਬਰਾਗ ਦੇ ਅੰਜੂ ਸਿੱਟੀ ਨੇ ਕੀ ਕਰੀਏ, ਸਮਾਂ ਅਸੀਂ ਲੰਘਿਆ। ਬੁਲਾਓ ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਨਿਰਭੈ ਸਿੰਘ ਜੀ, ਉਹਨਾਂ ਦਾ, ਜਿਨ੍ਹਾਂ ਨੇ ਕਿ ਭਾਈ ਨਿਰਮਲ ਸਿੰਘ ਜੀ ਬਾਰੇ ਚਾਨਣਾ ਪਾਇਆ ਹੈ। ਸੋ ਮੈਂ ਬੇਨਤੀ ਕਰਦਾ ਹਾਂ, ਜੋ ਅੱਜ ਮਹਾਂਪੁਰਸ਼ਾਂ ਵੱਲੋਂ ਰੋੜੇਵਾਲ ਸਾਹਿਬ ਤੋਂ ਪਹੁੰਚੇ ਹਨ, ਬਾਬਾ ਗੁਲਾਬ ਸਿੰਘ ਜੀ ਉਹਨਾਂ ਨੂੰ ਅਤੇ ਬਾਬਾ ਈਸਰ ਸਿੰਘ ਜੀ ਧੂਰੀ ਵਾਲੇ, ਉਹਨਾਂ ਨੂੰ ਸਰੋਪਾਉ ਦੀ ਜੋ ਬਖਸ਼ਿਸ਼ ਹੈ ਉਹ ਕਰੀ ਜਾਣੀ ਹੈ। ਸੋ ਮੈਂ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਰਾਜਾ, ਸਾਡੇ ਸਾਬਕਾ ਸਰਪੰਚ ਸਾਹਿਬ, ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹਨਾਂ ਮਹਾਂਪੁਰਸ਼ਾਂ ਨੂੰ ਸਰੋਪਾਉ ਦੇਣਗੇ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਮੈਂ ਸਾਰੀਆਂ ਸੰਗਤਾਂ ਦਾ, ਜੋ ਵੀ ਉਹਨਾਂ ਦੇ ਨਗਰ ਤੋਂ ਸੰਗਤ ਪਹੁੰਚੀ ਹੈ, ਉਹਨਾਂ ਦੇ ਭਰਾਤਾ ਬਾਹਰੋਂ ਦੂਰੋਂ ਨੇੜਿਓਂ ਸੰਗਤਾਂ, ਜਿਨ੍ਹਾਂ ਦਾ ਵੀ ਉਹਨਾਂ ਦੇ ਨਾਲ ਪਿਆਰ ਸੀ, ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੋ ਵੀ ਕਦਮ ਕਦਮ ਚੱਲ ਕੇ ਆਏ ਹੋ, ਮੇਰੇ ਸਿਰ ਮੱਥੇ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਬੇਨਤੀ ਹੈ, ਹੁਣ ਦੇਗ ਵਰਤੇਗੀ ਗੁਰੂ ਮਹਾਰਾਜ ਦੀ, ਉਸ ਤੋਂ ਉਪਰੰਤ ਗੁਰੂ ਕੇ ਲੰਗਰ ਚੱਲ ਰਹੇ ਹਨ। ਜਿਸ ਵੀ ਸੰਗਤਾਂ ਨੇ, ਜਿਨ੍ਹਾਂ ਨੇ ਨਹੀਂ ਲੰਗਰ ਛਕਿਆ ਭਾਈ, ਉਹ ਕਿਰਪਾ ਕਰਕੇ ਜ਼ਰੂਰ ਲੰਗਰ ਜ਼ਰੂਰ ਛਕ ਕੇ ਜਾਇਓ। ਚਾਹ ਦੇ ਲੰਗਰ ਵੀ ਤਿਆਰ ਹਨ, ਸਾਰੀਆਂ ਸੰਗਤਾਂ ਨੇ ਚਾਹ ਦਾ ਲੰਗਰ ਜ਼ਰੂਰ ਛਕ ਕੇ ਜਾਣਾ ਹੈ। ਸੋ ਬੇਨਤੀ ਹੈ ਕਿ ਭਾਈ ਹੁਣ ਪਹਿਲਾਂ ਇੱਥੇ ਹੀ ਬੈਠੇ ਦੇਗ ਵਰਤੇਗੀ। ਸੋ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਉਹਨਾਂ ਦੇ ਵੱਡੇ ਭਰਾਤਾ, ਉਹਨਾਂ ਵੱਲੋਂ 500 ਰੁਪਈਆ ਇਸ ਗੁਰੂ ਘਰ ਦੀ ਸੇਵਾ ਵਾਸਤੇ ਉਹਨਾਂ ਦੇ ਨਿਮਿੱਤ ਦਾਨ ਕੀਤਾ ਗਿਆ। ਗੁਰੂ ਮਹਾਰਾਜ ਚੜ੍ਹਦੀਆਂ ਕਲਾ ਰੱਖਣ, ਖਜ਼ਾਨੇ ਭਰਪੂਰ ਕਰਨ, ਧਨ ਦੇ ਵਾਧੇ ਬਖਸ਼ਿਸ਼ ਕਰਨ। ਸੋ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਉਹਨਾਂ ਦੇ ਵੱਡੇ ਭਰਾਤਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਉਹਨਾਂ ਵੱਲੋਂ ਪਰਿਵਾਰ ਵੱਲੋਂ 500 ਰੁਪਈਆ ਇਸ ਗੁਰੂ ਘਰ ਦੀ ਸੇਵਾ ਵਾਸਤੇ ਦਾਨ ਭੇਜਿਆ ਹੈ। ਗੁਰੂ ਮਹਾਰਾਜ ਚੜ੍ਹਦੀਆਂ ਕਲਾ ਰੱਖਣ, ਖਜ਼ਾਨੇ ਭਰਪੂਰ ਕਰਨ, ਧਨ ਦੇ ਵਾਧੇ ਬਖਸ਼ਿਸ਼ ਕਰਨ। ਸੋ ਬੇਨਤੀ ਹੈ ਕਿ ਭਾਈ ਦੇਗ ਜੋ ਹੈ ਉਹ ਬਾਹਰ ਵਰਤਾਈ ਜਾਵੇਗੀ ਗੇਟ 'ਤੇ। ਸੋ ਸਾਰੀਆਂ ਸੰਗਤਾਂ ਨੇ ਦੇਗ ਬਾਹਰੋਂ ਲੈਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਸੰਗਤਾਂ ਨੇ ਹਾਲੇ ਤੱਕ ਲੰਗਰ ਨਹੀਂ ਛਕਿਆ, ਸੋ ਕਿਰਪਾ ਕਰਕੇ ਬੇਨਤੀ ਆ ਦਾਸ ਵੱਲੋਂ ਕਿ ਲੰਗਰ ਜ਼ਰੂਰ ਛਕ ਕੇ ਜਾਣਾ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਡੇ ਵੀਰ ਭਾਈ ਸੁਖਵਿੰਦਰ ਸਿੰਘ ਜੀ ਸੁਖ ਬਰਨਾਲੇ ਤੋਂ ਜੋ ਪਹੁੰਚੇ ਹਨ, ਜੋ ਅੱਜ ਦਾ ਇਹ ਪ੍ਰੋਗਰਾਮ ਇਹ ਲਾਈਵ ਕਰ ਰਹੇ ਹਨ। ਸੋ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਬਹੁਤ ਰਿਣੀ ਹਾਂ। ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।